संघर्ष का सच प्रोग्राम वेखण वालियां सारियां संगतां नूं मेरे वल्लों यानी बलविंदर सिंह पक्खो के वल्लों आप सब नूं फतेह प्रवान होवे जी। वाहिगुरू जी का खालसा वाहिगुरू जी की फतेह। अज असीं पहुंचे हाँ जी अमृतसर जिले के अजनाला तहसील के पिंड नंगल वंजांवाला विखे। इत्थों का एक नौजवान भाई भगवंत सिंह जिहड़ा कि 12 मार्च 1988 नूं बॉर्डर के कंढे के उत्ते एक BSF नाल होए गैगच मुकाबले च शहीद हो गया सी। ते उन्हां दा भरा हरवंत सिंह जिन्हां नाल अज असीं गलबात करांगे, जिन्हां ने 1984 का दरबार साहब के हमले का खूनी साका अपने अखीं वेख्या ते हड्डी हंडाया। की इस परिवार दे विच होया बीतिया, आओ गलबात करदे हां जी भाई हरवंत सिंह दे नाल ते उन्हां कोलों जानकारी लैंदे हां कि किवें उन्हां दा भरा शहीद हुंदा ते किवें ओह खूनी साका वापरदा। तो बलवान सिंह रामू वाली जो टैंकी को खलोता ही मैनू आंदा किधर आए मैं अं जथे लभ पिंडरा कितने साडा पिंडरा। ये गल बलवंत सिंह रामू वाली ने कही है। बलवान सिंह रामू वाले काली पग बधी लाल पीठी वधिया पूरा टौर न खलोता है कि लागे जरनल बराड़ ही खलोता तो कितने पिंडरा तुहाडा हुण लै लिया जी मजा जान के। इन्नी गल इन्हें आखी जी बलवंत सिंह रामू वाली ने। फिर लॉसमेंट की भी जान निकल जाओ, नहीं तो अंदर पंप थोड़ देने तुहाडे दे। फिर असीं निकले जाओ तो फिर आउंदियां ते लाशां दे ढेर लगे जिस थरां दे विच हेठ उत्ते पईयां 3-3 लाशां। कोई न्याणा दुੱਧ चुंगण डिया, कोई किसी दी आंदरां निकलियां, कोई पारिया करदा मैनूं पानी दो। ते जिहड़ा टैंकी दा पानी उहदे विच लाशां पईयां, सारा टैंकी दा पानी टुੱਟ के नीवां जिहा थां हुंदा टूटियां गोल उत्थे सारा जमा होया ਸੀ। किसी का इलाज पट्टी कोई नहीं करता, बस लाशां च सुट्टी जाते जख्मी भी ਜਿਹੜੇ ਜ਼ਿਆਦਾ ਬਹੁਤ ਇਹ ਉਹਨਾਂ ਨੂੰ ਇਸ ਤਰ੍ਹਾਂ ਛੁੱਟੀ ਜਾਣ ਡਿਆ ਸੀ। ਸਹਿਕ ਦੇ ਵਿੱਚ ਹੈਗੇ ਬੰਦੇ ਜਿਹੜੇ ਆ ਕਮੇਟੀ ਵਾਲੇ ਹੁੰਦੇ, ਮਾਰਕੀਟ ਕਮੇਟੀ ਜੀ ਵਾਲੇ ਹੁੰਦੇ ਆਪਣੇ ਉਹ ਜਿਹੜੇ ਸਫਾਈ ਕਰਮਚਾਰੀ ਮਿਊਨਿਸਪਲ ਕਮੇਟੀ ਵਾਲੇ। ਹਾਂਜੀ, ਇਹਨਾਂ ਨੂੰ ਆਰਡਰ ਦਿੱਤਾ ਹੈ ਵੀ ਜੋ ਇਹਨਾਂ ਦੇ ਤਲਾਸ਼ੀ ਲਈ ਜਾਓ, ਜੇ ਕੜਾ ਕਿਸੇ ਦਾ ਕੜਾ ਲਾ ਲਓ, ਪਿਸ਼ਾਬ ਹੈ ਪੈਸੇ ਤਲਾਸ਼ੀ ਲਈ ਕੱਢੀ ਜਾਓ। ਤੁਸੀਂ ਸ਼ਰਾਬ ਨਾਲ ਰੱਜੇ, ਇਹ ਵੀ ਰੱਜੇ, ਫੌਜ ਵੀ ਰੱਜੀ, ਪੇਟੀਆਂ ਸ਼ਰਾਬ ਦੀਆਂ ਨਾਲ ਚੁੱਕੀ ਫਿਰਦੇ ਇਹ। किन्ने तुहाडे पिंड नंगल वंजांवाला दे विच कुल किन्ने सिंह शहीद होए? साडे नंगल वंजां दे 4 शहीद होए जी। एक प्राहुणा ਸੀ ਉਹ ਪਾ ਕੇ ਤੇ 5 ਉਤਰਾ 4 ਹੁੰਦੇ ਇੱਥੇ नंगल वंजां ਦੇ। 2 ਇੱਥੋਂ ਦੇ ਵਾਸੀ ਜਿਹੜੇ ਉਹ 4 ਤੇ ਇੱਕ ਇੱਥੋਂ ਦਾ ਜਵਾਈ ਸੀ। ਹਾਂਜੀ, ਇੱਕ ਜਵਾਈ। ਉਸ ਤੋਂ ਬਾਅਦ ਵਿਆਹਿਆ ਵਰਿਆ ਸੀਗਾ ਭਾਈ ਭਗਵੰਤ ਸਿੰਘ ਤੁਹਾਡਾ, ਇੱਕ ਬੱਚਾ ਵੀ ਸੀ। ਹਾਂਜੀ, ਬੱਚਾ ਗੁਰਦੇਵ ਸਿੰਘ ਜੀ 13 ਦਿਨਾਂ ਬਾਅਦ 13 ਦਿਨਾਂ ਦਾ ਜਦੋਂ ਸ਼ਹੀਦ ਹੋਇਆ। ਉਦੋਂ 13 ਦਿਨ ਦਾ ਸੀ ਜਦੋਂ ਸ਼ਹੀਦ ਹੋ ਜਾ। ਹਾਂਜੀ। ਅੱਛਾ ਭਾਈ ਹਰਵੰਤ ਸਿੰਘ ਜੀ, ਤੁਹਾਡੇ ਬਾਰੇ ਸਾਨੂੰ ਜਾਣਕਾਰੀ ਮਿਲੀ ਸੀ ਕਿ ਤੁਸੀਂ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ 1984 'ਚ, ਤੁਸੀਂ ਉੱਥੇ ਸੀ ਉਦੋਂ ਦਰਬਾਰ ਸਾਹਿਬ? ਹਾਂਜੀ, ਅਸੀਂ 2 ਤਰੀਕ ਤੋਂ ਲਾ ਕੇ 6 ਤਰੀਕ ਤੱਕ ਰਹੇ ਹਾਂ ਜੀ। 6 ਤਰੀਕ ਦੀ ਰਾਤ 1 ਵਜੇ ਸਾਨੂੰ ਰਾਤ ਕੱਢਿਆ, ਸਾਨੂੰ ਦਰਬਾਰ ਸਾਹਿਬ ਗ੍ਰਿਫਤਾਰ ਕੀਤਾ ਜੀ। आओ जी गलबात करते हैं जी सरदार हरवंत सिंह होना नाल, जो कि छोटे भरा ने शहीद भाई भगवंत सिंह होना दी।
ਭਗਵੰਤ ਸਿੰਘ ਸਨ ਆਫ ਮੋਤਾ ਸਿੰਘ ਪਿੰਡ ਨੰਗਲ ਵੰਝਾਂਵਾਲਾ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ, ਜਿਹੜੇ ਕਿ 12 ਮਾਰਚ 1988 ਨੂੰ ਬਾਰਡਰ ਦੇ ਕੰਢੇ ਦੇ ਉੱਤੇ ਇੱਕ BSF ਨਾਲ ਹੋਏ ਮੁਕਾਬਲੇ ਦੇ ਵਿੱਚ ਉਹ ਸ਼ਹੀਦ ਹੋ ਜਾਂਦੇ ਆ। ਔਰ ਭਗਵੰਤ ਸਿੰਘ ਜਿਹੜਾ ਕਿ ਚੰਗਾ ਉੱਚਾ ਲੰਮਾ ਅਤੇ ਕੁਸ਼ਤੀ ਕਰਦਾ ਸੀ, ਭਲਵਾਨੀ ਕਰਦਾ ਸੀਗਾ, ਅਤੇ ਅਜੇ ਕੋਈ ਬਹੁਤਾ ਸਮਾਂ ਵੀ ਨਹੀਂ ਹੋਇਆ ਖਾੜਕੂ ਸਭਾ 'ਚ ਸ਼ਾਮਲ ਹੋਏ ਨੂੰ। ਅਤੇ ਉਸ ਸਮੇਂ ਦੇ ਇਸ ਏਰੀਏ ਦਾ ਇੱਕ ਬੜਾ ਚਰਚਿਤ ਨਾਂ ਸੀ ਖਾੜਕੂਆਂ ਦੇ ਵਿੱਚ, ਭਾਈ ਸਤਨਾਮ ਸਿੰਘ ਚੰਗਿਆੜਾ। ਉਸ ਗਰੁੱਪ ਦੇ ਨਾਲ ਇਹ ਵਿਚਰਦੇ ਸੀਗੇ ਅਤੇ ਬਾਰਡਰ ਕ੍ਰੋਸ ਕਰਦਿਆਂ ਵਾਪਸ ਆਉਂਦਿਆਂ BSF ਨਾਲ ਮੁਕਾਬਲਾ ਹੋ ਜਾਂਦਾ ਅਤੇ ਉੱਥੇ ਉਹ ਸ਼ਹੀਦ ਹੋ ਜਾਂਦੇ ਆ। ਗੱਲਬਾਤ ਕਰਦੇ ਹਾਂ ਸਰਦਾਰ ਹਰਬੰਸ ਸਿੰਘ ਹੋਣਾ ਨਾਲ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਭਾਈ ਸਾਹਿਬ ਜੀ, ਮੈਂ ਵੇਖ ਰਿਹਾ ਕਿ ਇੱਕ ਸਿੱਧਾ ਸਾਦਾ ਕਿਸਾਨ ਪਰਿਵਾਰ ਸੀ ਤੁਹਾਡਾ, ਅਤੇ ਕਿਵੇਂ ਮਤਲਬ ਜਿਹੜਾ ਵਾ ਤੁਹਾਡਾ ਭਰਾ ਜਿਹੜਾ ਵੱਡਾ ਉਹ ਖਾੜਕੂ ਸਭਾ 'ਚ ਜਾ ਰਲਿਆ? ਉਹ ਜੀ ਘੁਲਦਾ ਸੀ ਅਤੇ ਗੁਰਮੁਖ ਸਿੰਘ ਨਾਲ ਉਹਦਾ ਸੀ ਬੈਣ ਖਲੋਣ ਜੀ। ਗੁਰਮੁਖ ਸਿੰਘ ਇੱਥੇ ਤੁਹਾਡੇ ਪਿੰਡ ਦਾ ਹੀ ਸੀ ਸਿੰਘ? ਭਤੀਜਾ ਹੈ ਸਾਡਾ ਸਤਨਾਮ ਸਿੰਘ ਚੰਗਿਆੜੇ ਨਾਲ। ਅੱਛਾ। ਇਹੋ ਹੀ ਘਰੋਂ ਲੈ ਕੇ ਗਿਆ ਗੁਰਮੁਖ ਸਿੰਘ ਨਾਲ ਜੀ। ਅੱਛਾ। ਅਤੇ ਉਦੋਂ ਬਾਅਦ ਫਿਰ ਉਹ ਸਿੱਧੇ ਚਲੇ ਗਏ ਉੱਧਰ ਹੀ ਭਾਰ। ਅੱਛਾ। ਆਉਂਦਿਆਂ ਫਿਰ ਉਹਨਾਂ ਦਾ ਮੁਕਾਬਲਾ ਹੋਇਆ। ਇਹ ਦੋਵੇਂ ਗੁਰਮੁਖ ਸਿੰਘ ਅਤੇ ਸਤਨਾਮ ਸਿੰਘ ਚੰਗਿਆੜਾ ਜਿਹੜਾ ਇਹ ਨਿਕਲ ਗਏ ਅਤੇ ਇਹਨਾਂ ਦਾ ਇਹ ਇਕੱਲੇ ਦਾ ਮੁਕਾਬਲਾ ਹੋਇਆ ਉੱਥੇ ਤੂਰਾਂ ਲਾਗੇ ਬੰਬੀ 'ਚ ਹੋਇਆ ਕਿਸੇ 'ਚ 9 ਵਜੇ 4 ਵਜੇ ਤੋਂ ਲੈ ਕੇ 9 ਵਜੇ ਤੱਕ। ਅੱਛਾ। ਇਹ ਬਾਰਡਰ ਦੇ ਕਿਹੜੇ ਏਰੀਏ ਦੇ ਵਿੱਚ, ਕਿਹੜੇ ਪਿੰਡ 'ਚ ਹੋਇਆ ਮੁਕਾਬਲਾ? ਤੂਰਾਂ ਦੇ ਲਾਗੇ ਜੀ। ਤੂਰ? ਇਹ ਅਜਨਾਲੇ ਸੈਕਟਰ 'ਚ ਹੀ ਪੈਂਦਾ? ਅੱਛਾ। ਬੁਰਜ ਚੌਂਕੀ ਲਾਗੇ। ਅੱਛਾ, ਬੁਰਜ ਚੌਂਕੀ ਲਾਗੇ ਹੁੰਦਾ ਮੁਕਾਬਲਾ? ਹਾਂਜੀ। ਅਤੇ ਕਾਫੀ ਲੰਬਾ ਮੁਕਾਬਲਾ ਚੱਲਦਾ? 4 ਵਜੇ ਤੋਂ ਲੈ ਕੇ 9 ਵਜੇ ਤੱਕ ਦੱਸਦੇ ਚੱਲਿਆ। ਬੰਬੀ ਵਾਲਾ ਦੱਸਦਾ, ਜਿਹਦੇ ਬੰਬੀ 'ਚ ਹੋਇਆ ਉਹਨੇ ਦੱਸਿਆ ਸਾਨੂੰ। ਅੱਛਾ। ਹਾਂਜੀ। ਇਹ ਜਿਹੜੇ ਆਪਣੇ ਬੰਦੇ ਨਾਲ ਸਤਨਾਮ ਸਿੰਘ ਅਤੇ ਗੁਰਮੁਖ ਸਿੰਘ ਉੱਥੋਂ ਨਿਕਲ ਆਏ ਨੇ, ਹਾਂਜੀ, ਇਹ ਨਿਕਲ ਆਏ। ਇਹਨਾਂ ਨੇ ਫਿਰ ਕੀ ਦੱਸਿਆ ਵੀ ਕੀ ਭਾਣਾ ਵਾਪਰਿਆ ਸੀ? ਮੁੜ ਕੇ ਗੱਲਬਾਤ ਹੋਈ? ਗੁਰਮੁਖ ਸਿੰਘ ਨਾਲ ਤਾਂ ਮਿਲੇ ਹੀ ਹੋਊਗੇ। ਇਹਨਾਂ ਜੀ ਮਹੀਨੇ ਕੁ ਬਾਅਦ ਸਾਨੂੰ ਮਿਲੇ, ਆਏ ਸੀ ਘਰ ਦੋਵੇਂ, ਸਤਨਾਮ ਸਿੰਘ ਵੀ ਆਇਆ ਅਤੇ ਗੁਰਮੁਖ ਸਿੰਘ ਵੀ ਆਇਆ। ਇਹਨਾਂ ਦੱਸਿਆ ਵੀ ਬੰਦਾ ਤੁਹਾਡਾ ਸ਼ਹੀਦ ਹੋ ਗਿਆ ਮੁਕਾਬਲੇ 'ਚ, ਇਸ ਤਰ੍ਹਾਂ ਆਉਂਦਾ ਅਤੇ ਉਹ ਮੁਕਾਬਲਾ ਹੋ ਗਿਆ ਦਾ। ਉਹਦਾ ਅਖੰਡ ਪਾਠ ਸਾਹਿਬ ਜਿਹੜਾ ਤੁਸੀਂ ਸਮਾਧੀ ਕਰਾ ਦਿਓ, ਰੁਪਈਆ ਵੀ ਸਾਨੂੰ 1500 ਦੇ ਗਏ ਸੀ ਇਹ। ਅਖੰਡ ਪਾਠ ਸਾਹਿਬ ਅਸੀਂ ਉੱਥੇ ਫਿਰ ਸਮਾਧੀ ਕਰਾਏ। ਉਹਦੇ ਇੱਥੇ ਜ਼ੋਰ ਬਹੁਤ ਸੀ, ਉਹਦੇ ਕੋਈ ਅਖੰਡ ਪਾਠ ਵੀ ਨਹੀਂ ਕਰਾ ਸਕਦਾ। ਸਮਾਂ ਇਸ ਤਰ੍ਹਾਂ ਦਾ ਸੀਗਾ ਵੀ ਇੱਥੇ ਤੇ ਅਖੰਡ ਪਾਠ ਹੋਣ ਹੀ ਨਹੀਂ ਦਿੰਦੇ। ਹਾਂਜੀ। ਮਤਲਬ ਕੈਸਾ ਵਕਤ ਸੀਗਾ ਵੀ ਅਰਦਾਸ ਵੀ ਨਹੀਂ ਸੀ ਕਰਨ ਦਿੰਦੇ ਕੁਛ ਉਸ ਵਕਤ ਦੇ ਜਿਹੜੇ ਪੁਲਿਸ ਅਫਸਰ ਸੀ? ਹਾਂਜੀ, ਸਮਾਧੀ ਕਰਾ ਗਏ ਅਖੰਡ ਪਾਠ ਸਾਹਿਬ ਜੀ ਉਹਦਾ ਪਹਿਲਾ ਜਿਹੜਾ। ਅੱਛਾ। ਰਮਦਾਸ ਜੀ। ਅੱਛਾ। ਉੱਥੇ ਬਾਬਾ ਬੁੱਢਾ ਸਾਹਿਬ ਜੀ ਦੇ ਸਮਾਧ ਜਿੱਥੇ ਗੁਰਦੁਆਰਾ ਬਣਿਆ, ਉੱਥੇ ਤੁਸੀਂ ਫਿਰ ਅਖੰਡ ਪਾਠ ਕਰਾਇਆ? ਉੱਥੇ ਕਰਾਇਆ ਜੀ ਅਖੰਡ ਪਾਠ ਸਾਹਿਬ। ਅੱਛਾ। ਹਾਂਜੀ। ਅੱਛਾ। ਉਸ ਤੋਂ ਪਹਿਲਾਂ ਕਦੀ ਪੁਲਿਸ ਆਈ ਸੀ ਘਰ? ਨਹੀਂ, ਪਹਿਲੋਂ ਨਹੀਂ ਆਈ, ਬਾਅਦ 'ਚੋਂ ਪੁੱਛ ਗਿੱਛ ਹੁੰਦੀ ਰਹੀ ਹੈ ਬਾਬਾ। ਅੱਛਾ। ਪਹਿਲਾਂ ਨਹੀਂ ਕਦੀ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਇਹ ਵੀ ਖਾੜਕੂ ਸਭਾ 'ਚ ਹੈਗੇ? ਨਹੀਂ, ਪਹਿਲੋਂ ਨਹੀਂ ਪਤਾ ਜੀ। ਬਾਅਦ ਦੇ ਵਿੱਚ ਫਿਰ ਕੀ ਆਣ ਕੇ ਪੁੱਛਦੇ ਕਿੱਦਾਂ? ਬਾਅਦ 'ਚ ਜਦੋਂ ਸੂਰੀ ਆਉਣ ਡਿਆ ਵੀ ਆਇਆ ਇੱਥੇ, ਉਹਨੇ ਚੰਗੀ ਧੁੰਮ ਪਾਈ ਸੀ ਇੱਧਰ ਅਜਨਾਲੇ 'ਚ। ਅੱਛਾ। ਉਦੋਂ ਫਿਰ ਪੁੱਛਦਾ ਰਿਹਾ ਵੀ ਤੁਹਾਡੇ ਘਰ ਸਤਨਾਮ ਸਿੰਘ ਚੰਗਿਆੜਾ ਆਉਂਦਾ, ਅੱਜ ਉਹਦੇ ਜੋੜੇ ਖਿਲਰੇ ਆ। ਅਤੇ ਸਾਨੂੰ ਦੋਵਾਂ ਭਰਾਵਾਂ ਨੂੰ, ਮੈਨੂੰ ਬਿਆਨ ਸਿੰਘ ਛੋਟਾ ਵੱਡਾ ਹੀ ਭਰਾ ਮੇਰੇ ਤੋਂ, ਉਹਨਾਂ ਨੂੰ ਅੱਗੇ ਲਾ ਕੇ ਲੈ ਜਾਂਦਾ। ਸਵੇਰੇ ਸਵੇਰੇ ਤੜਕੇ 4 ਵਜੇ ਪਈ ਇੱਥੇ CRP ਨਾਲ ਸੂਰੀ ਸੀ, ਅਤੇ ਨਾਲ ਪਰਮਜੀਤ ਗਿੱਲ ਹੁੰਦਾ ਸੀ SP ਹੀਰੇ, SSP ਹੀ। ਹਾਂਜੀ। ਉਹਦੇ ਕੋਲ ਲਿਆ ਕੇ ਕਮਾਲ ਹੀ ਲਾਏ, ਕਨਾਲ ਥਾਂ 'ਚ ਕਮਾਲ ਹੀ ਉੱਥੇ ਲਿਆ ਕੇ ਚਲਾਉਣ ਲੱਗੇ। ਆਂਦੇ ਮੁਕਾਬਲਾ ਹੋ ਗਿਆ। ਅੱਛਾ। ਮੁੜ ਕੇ ਫਿਰ ਗੋਲੀ ਦੇ ਨਾਲ ਵੀ ਚਲਾਈ ਜੋ ਮੁੜ ਕੇ ਅਮਰੀਕ ਸਿੰਘ ਜਿਹੜਾ ਭਕੌੜਾ ਸਾਡੇ ਪਿੰਡ ਦਾ ਅਕਾਲੀ ਦਲ ਅੰਮ੍ਰਿਤਸਰ ਦਾ ਜ਼ਿਲ੍ਹਾ ਪ੍ਰਧਾਨ ਆ, ਉਹਦੇ ਘਰ ਲੱਗੇ ਲਾ ਕੇ ਸਾਨੂੰ ਲੈ ਕੇ ਵੀ ਚਲੋ ਉੱਧਰ ਜਾਣਾ, ਉੱਧਰ ਅੱਤਵਾਦੀ ਆ। ਇੱਥੋਂ ਫਿਰ ਸਾਨੂੰ ਜਿਵੇਂ ਘੁਮਾਉਂਦੇ ਸਾਰੇ ਅੱਗੇ ਲਾ ਕੇ ਇਹਨਾਂ ਪਿੰਡ ਲਿਆਂਦਾ, ਜਿੰਨੇ ਬਹੁਤ ਬੰਦੇ ਚੁੱਕੇ ਇਹਨਾਂ ਸਾਰਾ ਪਿੰਡ ਇਕੱਠਾ ਕਰਕੇ ਪਾਇਆ ਛੱਪੜ ਦੇ ਕੰਢੇ ਪਿੰਡ। ਉਸ ਤੋਂ ਬਾਅਦ ਫਿਰ ਸਾਨੂੰ 5 ਜਣੇ ਇਹਨਾਂ ਕੱਢੇ ਰਾਤ ਨੂੰ, ਸ਼ਾਮਾਂ ਚੁਣ ਕੇ ਵੀ ਆ 5 ਜਣੇ ਜਿਹੜੇ ਪਿੰਡੋਂ ਲੈ ਜੇ, ਇੱਕ ਮੈਂ ਅਤੇ 4 ਬੰਦੇ ਹੋਰ ਹੀ ਪਿੰਡ ਦੇ, ਇਹਨਾਂ ਨੂੰ ਕਾਲਜ 'ਚ ਖੜੋ। ਉਦੋਂ ਬਾਅਦ ਫਿਰ ਪਿੰਡ ਦੇ ਸਾਰੇ ਆਖੇ ਵੀ ਸਾਰੇ ਪੱਠੇ ਵੱਢਣ ਵਾਲੇ ਆ, ਇਹਨਾਂ 'ਚ ਕੋਈ ਵੀ ਨਹੀਂ ਬੰਦਾ ਹੋ ਜਾ, ਜਾਂ ਤਾਂ ਇਹਨਾਂ ਨੂੰ ਛੱਡ ਦਿਓ ਜਾਂ ਸਾਰਾ ਪਿੰਡ ਹੀ ਲੈ ਜਾਓ ਨਾਲ। ਇਹਦੇ ਕਰਕੇ ਸਾਨੂੰ ਛੱਡ ਗਏ ਉਹ। ਅੱਛਾ। ਉਹ ਥਾਣੇਦਾਰ ਦਾ ਪੂਰਾ ਨਾਂ ਸੀ? ਸੂਰੀ ਦਾ ਕੀ ਨਾਂ ਸੀ? ਸੂਰੀ ਜਾਂਦੇ ਜੀ, ਪੂਰੇ ਨਾਂ ਦਾ ਨਹੀਂ। ਹਰਚਰਨ ਸਿੰਘ ਸੂਰੀ ਸੀਗਾ। ਇਹ ਮਾਰਤਾ ਸੀਗਾ, ਮੁੜ ਕੇ ਬੰਬ ਧਮਾਕੇ ਨਾਲ ਉਡਾਤਾ ਸੀਗਾ। ਸਿੰਘਾਂ ਨੇ ਡਾਇਆ, ਮੁੜ ਕੇ ਬੰਬ ਧਮਾਕੇ ਡਾਇਆ। ਬੜਾ ਉਹ ਮਤਲਬ ਬੇਰਹਿਮ ਸੀਗਾ ਥਾਣੇਦਾਰ, ਬਹੁਤ। ਉਹਨੇ ਮਾਵਾਂ ਦੇ ਪੁੱਤ ਜਿਹੜੇ ਨੇ ਉਹ ਕੋ ਕੇ ਮਾਰੇ ਆ। ਉਹਨੇ ਹੀ ਆਣ ਕੇ ਸਾਡੇ ਪਿੰਡ ਦਾ ਲਖਵਿੰਦਰ ਸਿੰਘ ਆ ਘੜੁਕੇ ਵਾਲਾ, ਉਹ ਸਿੰਘਾਂ ਜਦੋਂ ਸਪੋਰਟ ਕਰਦਾ ਉਹ ਕਿਤੇ ਗਾਂਹ ਫਿਆਂ ਕਰਦੀ, ਉਹਨੂੰ ਦੁਪਹਿਰੇ ਆਣ ਕੇ ਚੁੱਕਿਆ। ਅਸੀਂ ਕਣਕ ਵੱਢਣ ਡਏ ਪਿੰਡ ਲਾਗੇ, ਸਾਡੇ ਹੁੰਦਿਆਂ ਬਾਹਾਂ ਬੰਦੀਆਂ ਨੇ ਦੁਪਹਿਰੇ, ਤੱਖੜ ਦੁਪਹਿਰੇ। ਇੱਥੋਂ ਖੜ ਕੇ ਤੇ ਅਗਲੇ ਦਿਨ ਮੁੜ ਕੇ ਨਾ ਮੁਕਾਬਲਾ ਬਣਾਇਆ ਬੋਲੀਆਂ ਵਾਲੇ ਪੁੱਲ ਦੇ ਉੱਤੇ ਰਾਤ। ਜਿੱਦਣ ਪੱਖੀ ਬੰਦੇ ਮਰੇ ਆ ਅਤੇ ਉਹਦੇ ਮੁਕਾਬਲੇ ਵਿੱਚ ਵੀ ਇੰਨੇ ਮਾਰੇ ਆ। ਉਧਰ ਰਾਤ ਦਾ ਮੁਕਾਬਲਾ ਵਿਚਾਰਾ ਗਰੀਬ ਘੜੁਕੇ ਵਾਲਾ ਬਿਨਾਂ ਵਜ੍ਹਾ ਮਤਲਬ ਸ਼ਹੀਦ ਕਰਤਾ? ਬਿਨਾਂ ਵਜ੍ਹਾ ਸ਼ਹੀਦ ਕੀਤਾ ਗਿਆ, ਬਿਲਕੁਲ ਵਿਚਾਰਾ ਨਿਰਦੋਸ਼ ਸੀ ਉਹ ਬੰਦਾ। 2 ਗੁੱਡੀਆਂ ਸੀ ਉਹਦੀਆਂ। ਕਿੰਨੇ ਤੁਹਾਡੇ ਪਿੰਡ ਨੰਗਲ ਵੰਝਾਂਵਾਲਾ ਦੇ ਵਿੱਚ ਕੁੱਲ ਕਿੰਨੇ ਸਿੰਘ ਸ਼ਹੀਦ ਹੋਏ ਆ? ਸਾਡੇ ਨੰਗਲ ਵੰਝਾਂ ਦੇ 4 ਸ਼ਹੀਦ ਹੋਏ ਆ ਜੀ। ਇੱਕ ਪ੍ਰਾਹੁਣਾ ਸੀ ਉਹ ਪਾ ਕੇ 5 ਆ, 2-4 ਨੇ ਇੱਥੇ ਨੰਗਲ ਵੰਝਾਂ ਦੇ 2 ਇੱਥੋਂ ਦੇ ਵਾਸੀ ਜਿਹੜੇ ਉਹ 4 ਤੇ ਇੱਕ ਇੱਥੋਂ ਦਾ ਜਵਾਈ ਸੀ? ਹਾਂਜੀ, ਇੱਕ ਜਵਾਈ ਸੀ। ਉਹ ਵੀ ਇਸੇ ਪਿੰਡ 'ਚ ਹੀ ਰਹਿੰਦਾ ਸੀ? ਰਹਿੰਦਾ ਇਸੇ ਪਿੰਡ 'ਚ, ਪਰ ਉਹ ਜਨਾਲੇ ਉੱਡਿਆ ਸੀ, ਬੰਬ ਦੇ ਨਾਲ ਉੱਡ ਗਿਆ ਸੀ। ਅੱਛਾ। ਹਾਂਜੀ।
ਚੰਬੋ ਦੇ ਵਿੱਚ। ਅੱਛਾ ਬਾਕੀ ਜਿਹੜੇ 4 ਇਹਦੇ ਇੱਕ ਹੋਇਆ ਗੁਜਰਪੁਰੇ ਸ਼ਹੀਦ ਗੁਰਮੁਖ ਸਿੰਘ ਦਾ ਮੁਕਾਬਲਾ ਹੋਇਆ ਤੇ ਦਲਬਾਗ ਸਿੰਘ ਦਾ ਹੋਇਆ ਉੱਥੇ ਬਾਸਰ ਕੀ ਗੱਲਾਂ ਲੱਗੇ ਟਾਵਰ ਦੇ ਲਾਗੇ। ਉਹ ਗੁਰਜੰਟ ਸਿੰਘ ਬੋਧ ਸਿੰਘ ਵਾਲੇ ਦੇ ਨਾਲ ਸੀ। ਅੱਛਾ ਇਹਦਾ ਭਰਾ ਗੁਰਮੁਖ ਸਿੰਘ ਦਾ ਠੀਕ ਹੈ ਛੋਟਾ ਸੀ ਇਹ ਤੋਂ। ਹਾਂਜੀ ਮਤਲਬ ਵੱਡੀਆਂ ਜਥੇਬੰਦੀਆਂ ਦੇ ਸਿੰਘ ਹੋਏ ਨੇ ਤੁਹਾਡੇ ਪਿੰਡ ਦੇ ਵਿੱਚ ਤੇ ਤੁਸੀਂ ਬੜੀ ਦੇਰ ਬਾਅਦ ਸਾਡੇ ਨਾਲ ਸੰਪਰਕ ਕੀਤਾ ਵਾ। 1988 ਦਾ ਤੁਹਾਡਾ ਸਿੰਘ ਸ਼ਹੀਦ ਹੁੰਦਾ ਤੇ 2015 ਦੇ ਅਸੀਂ ਇਹ ਸ਼ਹੀਦ ਪਰਿਵਾਰਾਂ ਦੇ ਸੇਵਾ ਕਾਰਜਾਂ 'ਚ ਲੱਗੇ ਹੋਏ ਹਾਂ ਤੇ ਕਿੱਦਾਂ ਸਾਡੇ ਬਾਰੇ ਜਾਣਕਾਰੀ ਮਿਲੀ? ਅਸੀਂ ਭਾਜੀ ਤੁਹਾਡੀ ਵੀਡੀਓ ਸੁਣ ਕੇ ਅਸੀਂ ਆਖਿਆ ਚਲੋ ਅਸੀਂ ਵੇਖ ਲੈਨੇ ਫੋਨ ਕਰਕੇ ਜੇ ਆ ਜਾਣਗੇ ਭਾਜੀ ਜੀ ਚਲੋ ਅਸੀਂ ਦੱਸਿਆ ਅੱਗੇ 3-4 ਜਣੇ ਲਿਖ ਕੇ ਵੀ ਖੜਿਆ ਸਾਡੇ ਕੋਲ ਪਰ ਇਹ ਤਾਂ ਮੁੜ ਕੇ ਨਹੀਂ ਕੋਈ ਬੌੜਿਆ ਚਲ ਲੈ ਫੋਟੋਆਂ ਲਾ ਕੇ ਲੈ ਗਏ ਆ ਇਸ ਤਰ੍ਹਾਂ ਬਣਾ ਕੇ ਉਹਨਾਂ ਲੈ ਗਏ ਹੈਗੇ 3-4 ਜਣੇ ਆਏ। ਚਲੋ ਕਿਤੇ ਨਾ ਕਿਤੇ ਉਹ ਵੀ ਆਪਣੇ ਢੰਗ ਨਾਲ ਕੋਈ ਇਤਿਹਾਸ ਇਕੱਠਾ ਕਰਦੀਆਂ ਨੇ ਕੁਝ ਜਥੇਬੰਦੀਆਂ ਵੀ ਉਸ ਸਮੇਂ ਦੀ ਜਿਹੜੀ ਗੱਲਬਾਤ ਹੈ ਆਪਣੇ ਢੰਗ ਨਾਲ ਉਹਨਾਂ ਵੀ ਸਾਂਭੀ ਹੁੰਦੀ ਆ ਤੇ ਕਦੀ ਕਿਤਿਓਂ ਸ਼ਹੀਦ ਪਰਿਵਾਰ ਹੋਣ ਦੇ ਨਾਤੇ ਕਿਤੇ ਮਾਣ ਸਤਿਕਾਰ ਮਿਲਿਆ ਤੇ ਯਾਦ ਨਾ ਕਿਉਂਕਿ ਵੀਡੀਓ ਤੁਹਾਡੀ ਸਾਰੀ ਦੁਨੀਆ ਨੇ ਵੇਖਣੀ ਆ ਕੋਈ ਇਹ ਨਾ ਆਖੇ ਵੀ ਅਸੀਂ ਤੇ ਸੇਵਾ ਦਿੱਤੀ ਸੀ ਤੇ ਸਾਡਾ ਇਹਨੇ ਨਾ ਹੀ ਨਹੀਂ ਲਿਆ। ਸੰਦੀਪ ਕੌਰ ਕੋਲ ਮਿਲਿਆ ਜੀ ਸਾਨੂੰ 2 ਵਾਰੀ। ਬੀਬੀ ਸੰਦੀਪ ਕੌਰ ਕੋਲ ਜਾਂਦੇ ਰਹੇ? ਹਾਂਜੀ। ਅੱਛਾ ਹੋਰ ਨਹੀਂ ਕਦੇ। ਕਿੰਨੀ ਇੱਕ ਵਾਰੀ ਉਹਨਾਂ ਕੋਲ ਸੇਵਾ ਮਿਲੀ ਆ? ਉਹਨਾਂ ਕੋਲ ਮੈਂ ਤੇ 2 ਵਾਰੀ ਮਿਲੀ ਕਿ 3 ਵਾਰੀ ਮਿਲੀ ਇੱਥੇ ਮਿਲੀ ਹੈ। ਕਿੰਨੇ ਪੈਸੇ ਦਿੰਦੇ ਸੀ? 2 ਵਾਰੀ 10,000 ਦਿੱਤਾ ਤੇ 1 ਵਾਰੀ ਦਿੱਤਾ 12,000। ਠੀਕ ਹੈ ਠੀਕ ਹੈ। ਚਲੋ ਉਹ ਕਈ ਵਾਰੀ ਉਹਨਾਂ ਕੋਲ ਜਿਸ ਤਰ੍ਹਾਂ ਸੇਵਾ ਪਹੁੰਚ ਜਾਂਦੀ ਹੈ ਤੁਹਾਡੇ ਵਰਗੇ ਸ਼ਹੀਦ ਪਰਿਵਾਰਾਂ ਲਈ ਉਹ ਫਿਰ ਉੱਥੇ ਸੱਦ ਕੇ ਤੇ ਉਹ ਸਾਰੇ ਪਰਿਵਾਰਾਂ ਦੇ ਹਵਾਲੇ ਕਰ ਦਿੰਦੇ ਆ। ਚਲੋ ਧੰਨਵਾਦ ਆ ਉਹਨਾਂ ਦਾ ਵੀ। ਹਾਂਜੀ ਬਹੁਤ ਸੇਵਾ ਕਰਦੇ ਆ ਜੀ ਉਹ ਵੀ। ਤੁਹਾਡੇ ਮਾਤਾ ਪਿਤਾ ਸਾਡੇ ਪੂਰੇ ਹੋ ਗਿਆ ਜੀ। ਇਹ ਉਹਦੇ ਸ਼ਹੀਦ ਹੋਣ ਤੋਂ ਬਾਅਦ ਚ? ਬਾਪੂ ਦੇ ਬਾਅਦ ਚ ਹੋਇਆ ਤੇ ਮਾਤਾ ਪਹਿਲੋਂ ਹੋ ਗਈ ਉਹ ਨਿੱਕੇ ਨਿੱਕੇ ਸੀ ਜਦੋਂ ਦੀ। ਹਾਂਜੀ ਪੂਰੀ ਹੋ ਗਈ 32 ਨਾਲ ਲੱਗੀ ਸੀ ਧਾਰ ਤੇ। ਹਾਂਜੀ ਅੱਛਾ ਉਹਦੇ ਸ਼ਹੀਦ ਹੋਣ ਤੋਂ ਬਾਅਦ ਫਿਰ ਪੁਲਿਸ ਤੁਹਾਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਕਿਉਂਕਿ ਪਤਾ ਲੱਗ ਗਿਆ ਵੀ ਇਹ ਵੀ ਖਾੜਕੂ ਪਰਿਵਾਰ ਆ। ਫਿਰ ਕਿੱਦਾਂ ਦੀ ਤੰਗੀ ਪਰੇਸ਼ਾਨੀ ਜ਼ਿਆਦਾ ਤੁਹਾਨੂੰ ਰਹੀ ਆ? ਤੰਗੀ ਪਰੇਸ਼ਾਨੀ ਇਹ ਪੁੱਛ ਕੇ ਸੀ ਕਰਦੇ ਇਹ ਕਿਹਦੇ ਨਾਲ ਹੀ ਹੁਣ ਤੁਹਾਡੇ ਕੋਲ ਸਿੰਘ ਆਉਂਦੇ ਆਉਣਾ ਤੇ ਕੋਈ ਵੀ ਨਹੀਂ ਸਾਡੇ ਮੁੜ ਕੇ ਕਿੰਨੇ ਆਉਣਾ ਸਾਡੇ ਕੋਲ ਨਹੀਂ ਆ। ਜਦੋਂ ਇੱਕ ਵਾਰੀ ਪਰਿਵਾਰ ਨਜ਼ਰ 'ਚ ਆ ਜਾਂਦਾ ਮੁੜ ਕੇ ਫਿਰ ਕੋਈ ਨਹੀਂ ਆਉਂਦਾ? ਹਾਂਜੀ ਮੁੜ ਕੇ ਨਹੀਂ ਕੋਈ ਵੀ ਆਇਆ ਸਾਡੇ ਕੋਲ ਤੇ। ਠੀਕ ਹੈ ਹੋਰ ਅੱਛਾ ਇਹ ਤੁਹਾਡੇ ਪਿੰਡ ਦੇ ਬਾਹਰ ਜਦੋਂ ਅਸੀਂ ਮੁੜੇ ਆ ਇੱਕ ਕਾਲਜ ਆ ਇਹ ਆਂਦੇ ਆ ਵੀ ਬੜਾ ਮਸ਼ਹੂਰ ਸੀ ਉਦੋਂ CRP ਬੈਠੀ ਸੀ ਇੱਥੇ ਇਹਦੀ ਕੋਈ ਗੱਲ ਦੱਸੋ? ਬੜੇ ਸਿੰਘ ਚੋਟੀ ਦੇ ਲਿਆ ਸ਼ਹੀਦ ਕਰਦੇ ਰਹੇ ਇੱਥੇ ਜੀ। ਹਾਂਜੀ ਜਿੰਨੇ ਦੂਰੋਂ ਦੂਰੋਂ ਫੜ ਕੇ ਆਉਂਦੇ ਵਿਆਸਾਂ ਨੂੰ ਸਭ ਇੱਥੇ ਸਿੰਘ ਆਉਂਦੇ ਬਹੁਤ ਜ਼ਿਆਦਾ CRP ਕਿ ਇੱਥੇ ਹੈਡਕੁਆਟਰ ਬਣਿਆ ਇਸ ਹਿਸਾਬ ਨਾਲ। ਕੋਈ ਬੰਦਾ ਇਹ ਛੱਡ ਕੇ ਲੰਘ ਨਹੀਂ ਸਕਦਾ ਜਿਹੜਾ ਜਾਂਦਾ ਉਹਨੂੰ ਪੁੱਛਿਆ ਜਾਂਦਾ ਕਿੱਧਰ ਜਾਣਾ ਘੜੀ ਮੁੜੀ ਤੇ ਡਰਦੇ ਲੋਕ ਜਾਂ ਬੰਜਾਂ ਵਾਲੇ ਸਣੀ ਜਾਂਦੇ ਜਾਂ ਪਰਲੀ ਛੱਡ ਕੇ ਜਾਂਦੇ ਨੇਪਾਲ ਵਾਲੀ ਨੇ। ਨਹੀਂ ਮਤਲਬ ਇਹ ਇੱਥੇ ਉਦੋਂ ਕਾਲਜ ਲੱਗਦਾ ਨਹੀਂ ਸੀ ਪੜ੍ਹਦੇ ਬੱਚੇ ਪੜ੍ਹਦੇ ਨਹੀਂ ਸੀ ਇੱਥੇ? ਬੱਚੇ ਆਉਂਦੇ ਸੀ ਉਦੋਂ ਵਿੱਚੋਂ ਕਈ ਵਾਰ ਬੰਦ ਵੀ ਹੋ ਚ ਰਿਹਾ ਅੱਜ। ਹਾਂਜੀ ਬੜਾ ਚਿਰ ਰਹੀ CRP ਤੇ ਮੈਂ 1 ਸਾਲ 1.5 ਸਾਲ ਰਹੀ ਇੱਥੇ। ਹਾਂਜੀ ਉਸ ਸਮੇਂ ਦੌਰਾਨ ਫਿਰ ਦੂਰ ਦੁਰਾਡੇ ਤੋਂ ਜਿਹੜੇ ਸਿੰਘ ਲਿਆ ਕੇ ਇੱਥੇ ਸ਼ਹੀਦ ਕਰਦੇ ਰਹੇ ਇਹ ਗੱਲ ਤਾਂ ਤੁਹਾਨੂੰ ਕਿਸ ਤਰ੍ਹਾਂ ਪਤਾ? ਸਾਨੂੰ ਇਸ ਤਰ੍ਹਾਂ ਪਤਾ ਜੀ ਮੈਂ ਉੱਥੇ ਦਰਬਾਰ ਸੇਵਾ ਕਰਦਾ ਦਰਬਾਰ ਸਾਹਿਬ ਸੇਵਾ ਤੇ ਕੁਲਵਿੰਦਰ ਸਿੰਘ ਕਾਲਾ ਹੁੰਦਾ ਸੀ ਇੱਥੇ ਪਰਚੀਆਂ ਕੱਢਦਾ ਹੁੰਦਾ ਸੀ ਲੰਗਰ ਹਾਲ 'ਚ ਉਹਨੂੰ ਚੁੱਕਿਆ ਸੀ ਨਾ ਇੱਥੋਂ ਉਹ ਆਂਦਾ ਵੀ ਮੈਨੂੰ ਕਾਲਜ 'ਚ ਖੜਿਆ ਨਾ ਤੇ ਲੱਤਾਂ ਬਾਹਾਂ ਮੇਰੀਆਂ ਵੱਧੀਆਂ ਤੇ ਬਹੁਤ ਜ਼ਿਆਦਾ ਮੈਨੂੰ ਕੁੱਟਿਆ ਨਾ ਫਿਰ ਰਾਤ ਨੇ ਨਾ ਮੁਕਾਬਲਾ ਬਣਾਉਣਾ ਸੀ ਨਾਲ ਇੱਕ ਭਜਨ ਸਿੰਘ ਹੁੰਦਾ ਸੀ ਪ੍ਰੈਜ਼ੀਡੀਅਮ ਦਾ ਮੈਂ ਬੱਚੀ ਪਿੰਡ ਦਾ ਮੁੰਡਾ ਬੜਾ ਸੋਹਣਾ ਗੋਰਾ ਮਸ਼ਹੂਰ ਹੁੰਦਾ ਸੀ ਪ੍ਰਧਾਨ ਸੀ ਇੱਕ ਉਹ ਹੀ ਆਂਦਾ ਉਹਨੂੰ ਵੀ ਨਾਲ ਲਿਆਂਦਾ ਸੀ ਉੱਥੋਂ ਫੜ ਕੇ ਦਰਬਾਰ ਸਾਹਿਬੋਂ ਤਾਂ ਆਂਦਾ ਜਦੋਂ ਰਾਤ ਵਈ ਮੈਨੂੰ ਪਤਾ ਸੀ ਮੁਕਾਬਲਾ ਬਣਾ ਦੇਣਾ 12 ਵਜੇ ਆਂਦਾ ਮੈਂ ਸੋਚਿਆ ਮਰੇ ਤਾਂ ਹੈ ਹੀ ਆ ਤੇ ਉਹ ਜਿਹੜੀਆਂ ਨਾਲ ਹੈਗੀਆਂ ਪੈਪਾਂ ਜੀਆਂ ਕਾਲੀਆਂ ਜੀਆਂ ਉੱਤੇ ਆਂਦਾ ਦੂਜੀ ਮੰਜ਼ਲ ਤੇ ਮੈਂ ਉਹ ਸ਼ੀਸ਼ਾ ਤੋੜ ਕੇ ਮੁੱਕੀ ਮਾਰ ਕੇ ਉਹਨਾਂ ਲੰਮਕ ਕੇ ਤੇ ਮੈਂ ਫਿਰ ਆਂਦਾ ਲੰਮੇ ਪੈ ਤੇ ਕਾਲਜ ਟੱਪਿਆ ਫਿਰ ਆਇਆ ਇੱਧਰ ਤੁਹਾਡੇ ਡੇਰਿਆਂ ਲਿਆ ਸਾਡੇ ਪਿੰਡ ਵੱਲ ਨੂੰ ਇੱਥੋਂ ਫਿਰ ਮੈਂ ਆਂਦਾ ਮੈਂ ਗਿਆ ਰਾਤ ਬਾਬੇ ਕੋਲ ਨੇਪਾਲੀ ਆਨੰਦਪੁਰੀਆਂ ਕੋਲ ਉਹ ਮੈਨੂੰ 3-4 ਦਿਨਾਂ ਬਾਅਦ ਫਿਰ ਪਤੀ ਪਾ ਕੇ ਛੱਡ ਗਏ ਤੇ ਉਦੋਂ ਆਂਦਾ ਮੈਨੂੰ ਪਤਾ ਵੀ ਇੱਥੇ ਬੜੇ ਸੀਏ ਦੇ ਬੜੇ ਸੁੱਟੇ ਸੀ ਮੁੰਡੇ ਨਾਲ ਜੂੜ ਕੇ ਤੇ ਬਹੁਤ ਆਂਦਾ ਸਿੰਘ ਸ਼ਹੀਦ ਕਰਦੇ ਉਹ ਜਿਹੜਾ ਸਿੰਘ ਬੱਚੀ ਪਿੰਡ ਵਾਲਾ ਉਹ ਵੀ ਆਂਦਾ ਸ਼ਹੀਦ ਕਰਤਾ ਇਹਨਾਂ ਹਰਭਜਨ ਸਿੰਘ ਹੁੰਦਾ ਬਹੁਤ ਸੋਹਣਾ ਮੁੰਡਾ ਮੈਂ ਤਾਂ ਵੇਖਿਆ ਨਾ ਉੱਥੇ ਪ੍ਰੈਜ਼ੀਡੀਅਮ ਦਫ਼ਤਰ ਹੁੰਦਾ ਪ੍ਰੈਜ਼ੀਡੀਅਮ ਬਣੀ ਸੀ ਇੱਕ ਵਾਰੀ ਉਦੋਂ ਫੈਡਰੇਸ਼ਨ ਦੀ ਹਾਂ ਤੇ ਉਹ ਪ੍ਰੈਜ਼ੀਡੀਅਮ ਦਾ ਮੈਂਬਰ ਹੋਣਾ ਉਹ ਹਾਂ ਪ੍ਰੈਜ਼ੀਡੀਅਮ ਦਾ ਮੈਂਬਰ ਪ੍ਰਧਾਨ ਸੀ ਬਹੁਤ ਸੋਹਣਾ ਮੁੰਡਾ ਸੀ ਗੋਰਾ ਨਸ਼ੀ ਕਿਹੜੇ ਪਿੰਡ ਦਾ ਸੀ ਉਹ? ਬੱਚੀ ਪਿੰਡ ਦਾ। ਬੱਚੀ ਪਿੰਡ ਕੋਈ ਨਹੀਂ ਕੋਸ਼ਿਸ਼ ਕਰਾਂਗੇ ਕਿਤੇ ਉਹਨਾਂ ਨੂੰ ਵੀ ਮਿਲਾਂਗੇ ਬੱਚੀ ਪਿੰਡ ਦੇ ਹੈਗੇ ਨੇ ਸਾਡੇ ਜਾਣ ਪਛਾਣ ਵਾਲੇ ਸਿੰਘ ਤੇ ਉਸ ਤੋਂ ਬਾਅਦ ਵਿਆਹਿਆ ਵਰਿਆ ਸੀਗਾ ਭਾਈ ਭਗਵੰਤ ਸਿੰਘ ਤੁਹਾਡਾ ਇੱਕ ਬੱਚਾ ਵੀ ਸੀ? ਹਾਂਜੀ ਬੱਚਾ ਗੁਰਦੇਵ ਸਿੰਘ ਜੀ 13 ਦਿਨਾਂ ਬਾਅਦ 13 ਦਿਨਾਂ ਦਾ ਜਦੋਂ ਸ਼ਹੀਦ ਹੋਇਆ ਉਦੋਂ 13 ਦਿਨ ਦਾ ਸੀ ਜਦੋਂ ਸ਼ਹੀਦ ਹੋ ਜਾਂਦਾ? ਹਾਂਜੀ ਮਤਲਬ ਜਦੋਂ ਘਰ ਛੱਡ ਕੇ ਚਲੇ ਜਾਂਦਾ ਵਾ ਉਦੋਂ ਅਜੇ ਬੇਟਾ ਹੋਇਆ ਨਹੀਂ ਸੀ? ਹਾਂਜੀ ਵੇਖੇ ਚਲੇ ਗਈ ਸੀ ਸਿੰਘਣੀ। ਹਾਂਜੀ ਉੱਥੇ ਰਹੀ ਉੱਥੇ ਹੋਇਆ ਵੇਖੇ ਜੀ। ਉਸ ਤੋਂ ਬਾਅਦ ਫਿਰ ਉਹਦੀ ਪਤਨੀ ਤੇ ਬੱਚੇ ਦੀ ਜ਼ਿੰਮੇਵਾਰੀ ਜਿਹੜੀ ਆ ਤੁਸੀਂ ਸੰਭਾਲ? ਹਾਂਜੀ ਇਹ ਬਹੁਤ ਵਧੀਆ ਫੈਸਲਾ ਸੀ ਤੁਹਾਡੇ ਪਰਿਵਾਰ ਦਾ ਅਸੀਂ ਇਸ ਗੱਲ ਦੀ ਵੀ ਸ਼ਲਾਘਾ ਕਰਦੇ ਹਾਂ ਵੀ ਕਈਆਂ ਪਰਿਵਾਰਾਂ ਦੇ ਵਿੱਚ ਤੇ ਹੁਣ ਤੇ ਉਹ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣ ਗਈ
ਤੁਹਾਡੀ ਜ਼ਿੰਮੇਵਾਰੀ ਬਣ ਗਈ ਤੇ ਤੁਸੀਂ ਬੜੇ ਵਧੀਆ ਨਿਭਾਈ। ਤੇ ਨਹੀਂ ਤੇ ਕਈਆਂ ਘਰਾਂ ਦੇ ਵਿੱਚ ਉਸ ਤਰ੍ਹਾਂ ਹੀ ਫਿਰ ਜ਼ਿੰਦਗੀ ਕੱਟੀ ਆ ਤੇ ਉਹ ਸ਼ਰੀਕਣੀਆਂ ਬਣ ਕੇ ਪੈਲੀਆਂ ਦੇ ਹਿੱਸੇ ਰੌਲੇ ਰੱਪੇ ਮੁੜ ਕੇ ਉਹ ਗੱਲਾਂ ਹੋਰ ਹੋਈਆਂ। ਮਾफ़ ਕਰਨਾ, ਇਹ ਕਈਆਂ ਪਰਿਵਾਰਾਂ ਦੇ ਵਿੱਚ ਮੁਸ਼ਕਲਾਂ ਆਈਆਂ ਨੇ। ਹਾਂਜੀ, ਮੈਂ ਤਾਂ ਪਹਿਲੀ ਲਈ ਸੀ ਜੀ, ਸ਼ਾਮ ਲੜਦੀ 1.5 ਕਿੱਲਾ ਲਈ, 6 ਨਾਲ ਇਹਨਾਂ ਕਰਾਈ, 6 ਆਪਣੇ ਨਾਲ ਕਰਾਈ ਲਈ ਪਹਿਲੀ ਮੈਂ ਜੋ ਵੀ ਕਰਾ ਅੱਧਾ ਇਹਦੇ ਨਾਲ ਕਰਾਉਂਦੇ ਰਿਹਾ ਸੀ। ਵੈਰੀ ਗੁੱਡ, ਬਹੁਤ ਅੱਛੀ ਗੱਲ ਹੈ ਜੀ। ਬੜੀ ਤੱਕ ਪੜ੍ਹਾਇਆ, ਫਿਰ ਅਜੇ ਤੱਕ ਵਿਆਹ ਕੀਤਾ, ਸਭ ਕੁਝ ਬੱਚੇ ਹੁਣ ਚਲੋ ਫੀਸਾਂ ਜ਼ਿੰਦਗੀ ਜੋਗਾ ਹੈਗਾ। ਹਾਂਜੀ, ਅਤੇ ਹੁਣ ਪੈਲੀ ਹੈ ਕੋਈ ਸਾਡੀ ਉਹਦੀ ਪਈ 7 ਸਾਲ ਹੋ ਗਏ ਆ, 7 ਲੱਖ 'ਚ ਗਹਿਣੇ ਪਈ ਸੀ। ਉਹ ਕਾਹਦੇ ਲਈ 7 ਲੱਖ ਰੁਪਈਆ ਕਾਹਦੇ ਲਈ ਲੈ ਲਿਆ ਇੰਨਾ ਪੈਸਾ? ਪੈਸਾ ਇਹਨੂੰ ਬਾਹਰ ਘਲਾਉਣ ਨਹੀਂ ਲਿਆ ਵੀ ਚਲੋ ਕਹਿੰਦਾ ਸੀ ਬਾਹਰ ਚੱਲ ਜੂ ਮੈਂ। ਇਹਦਾ ਜਿਹੜਾ ਭਗਵੰਤ ਸਿੰਘ ਦਾ ਬੇਟਾ ਸੀ ਉਹਨੂੰ ਬਾਹਰ ਭੇਜਣਾ ਸੀ। ਹਾਂਜੀ, ਬਾਹਰ ਭੇਜਣਾ ਸੀ, ਉਹ ਕੋਈ ਏਜੰਟਾਂ ਨੇ ਖਰਾਬ ਹੋਈ, ਕੋਈ ਘਰ ਹੀ ਵਰਤੇ ਕੋਈ ਗੱਲ ਨਹੀਂ ਬਣੀ ਅਜੇ ਤੱਕ। ਮੁੜ ਕੇ ਫਿਰ ਸਾਲ ਬਾਅਦ ਮਿਆਦ ਵਧਾ ਦੇ ਜੀ ਇਹਨਾਂ, ਫਿਰ 7 ਸਾਲ ਹੋ ਗਏ, 5 ਸਾਲਾਂ ਹੁਣ ਉਹ ਏਜੰਟਾਂ ਕੋਲੋਂ ਪੈਸੇ ਵਾਪਸ ਮਿਲ ਗਿਆ ਕਿ ਜੇ ਲੈਣੇ ਆ? ਨਹੀਂ, ਉਹਨਾਂ ਕੋਲ ਮਿਲ ਗਏ, ਥੋੜ੍ਹੇ ਬਹੁਤੇ ਕੰਮ ਖਰਾਬ ਹੋ ਗਏ ਕੋਈ। ਜਦੋਂ ਰਕਮਾਂ ਖਰਾਬ ਹੋ ਜਾਣ ਫਿਰ ਇਦਾਂ ਹੀ ਹੁੰਦਾ। ਤੇ ਪੈਲੀ 7 ਲੱਖ 'ਚ ਅਜੇ ਵੀ ਗਹਿਣੇ ਪਈ ਆ। ਕਿੰਨਾ ਥਾਂ ਵਾ ਜਿਹੜਾ 7 ਲੱਖ 'ਚ ਗਹਿਣੇ ਪਿਆ? 2.5 ਕਿੱਲੇ ਜੀ। 2.5 ਕਿੱਲੇ ਥਾਂ ਵਾ। ਕਿੰਨਾ ਚਿਰ ਹੋ ਗਿਆ ਗਹਿਣੇ ਪਏ ਨੂੰ? 7 ਸਾਲ ਹੋ ਗਏ ਮਿਆਦ ਤੇ 5 ਸਾਲਾਂ ਦੀ। ਹੁਣ ਸਾਲ ਮਤਲਬ ਵਧਾਉਣੀ ਪੈਂਦੀ, ਫਿਰ ਸਾਲ ਬਾਅਦ ਪੈਸੇ ਨਹੀਂ ਬਣਦੇ ਤੇ ਛਡਾਉਣੀ ਕਿੱਥੋਂ ਹੈ। ਕੋਈ ਨਹੀਂ, ਸਤਿਗੁਰੂ ਕਿਰਪਾ ਕਰਨਗੇ। ਜਦੋਂ ਸੰਗਤ ਇਸ ਪਾਸੇ ਆ ਜਾਂਦੀ ਆ ਫਿਰ ਉਹ ਸਾਰਾ ਕੁਝ ਆਪ ਹੀ ਕਰ ਲੈਂਦੀ ਆ। ਸਾਧ ਸੰਗਤ ਜੀ, ਸ਼ਹੀਦ ਭਾਈ ਭਗਵੰਤ ਸਿੰਘ ਦੇ ਛੋਟੇ ਭਰਾ ਸਰਦਾਰ ਹਰਵੰਤ ਸਿੰਘ ਹੋਣਾ ਦਾ ਫ਼ੋਨ ਨੰਬਰ ਤੁਸੀਂ ਨੋਟ ਕਰ ਲਓ, 62 393 54 909। ਇਹ ਇਹਨਾਂ ਦਾ ਫ਼ੋਨ ਨੰਬਰ ਹੈ, ਸਕਰੀਨ 'ਤੇ ਥੱਲੇ ਵੀ ਚੱਲ ਰਿਹਾ। ਤੁਸੀਂ ਵੀ ਇੱਕ ਵਾਰੀ ਆਪਣੇ ਨੰਬਰ ਬੋਲ ਦਿਓ। 62 393 54 909 ਜੀ। ਠੀਕ ਹੈ ਜੀ। ਇਹ ਨੰਬਰ ਜਿਹੜਾ ਵਾ ਸਕਰੀਨ ਦੇ ਥੱਲੇ ਸੰਗਤ ਨੇ ਸਾਰੀ ਨੇ ਨੋਟ ਕੀਤਾ। ਤੇ ਸਾਧ ਸੰਗਤ ਜੀ, ਜ਼ਮੀਨ ਗਹਿਣੇ ਪਈ ਆ। ਚਲੋ ਕੁਛ ਤੁਸੀਂ ਕੋਸ਼ਿਸ਼ ਕਰੋ, ਹੱਲਾ ਮਾਰੋ, ਕੁਝ ਸੰਗਤ ਤੁਹਾਨੂੰ ਸਾਥ ਦੇ ਦੇ ਤੇ ਚਲੋ ਪੈਲੀ 2.5 ਕਿੱਲੇ ਬੜੀ ਹੁੰਦੀ ਹੈ, ਛੁੱਟ ਜੇ ਤੇ ਬੜਾ ਆਮਦਨ ਦਾ ਵਿੱਚ ਵਾਧਾ ਹੋ ਜਾਊਗਾ ਤੇ ਬੜੀ ਅੱਛੀ ਗੱਲ ਆ। ਬੱਚੇ ਹੁਣ ਤੁਹਾਡੇ ਕੋਲ ਕਿੰਨੇ ਨੇ? 2 ਬੇਟੇ, ਹਰਵੰਤ ਦਾ ਬੇਟਾ ਪਾ ਕੇ ਤੇ 1 ਬੇਟੀ? ਹਾਂਜੀ, ਇਹ 3 ਬੱਚੇ ਵਿਆਹੇ ਆ? 3 ਵਿਆਹੇ ਜੀ। ਸਤਿਗੁਰੂ ਕਿਰਪਾ ਕਰਨਗੇ। ਉਹਦੇ ਗੁਰਦੇਵ ਸਿੰਘ ਦੇ 2 ਕਾਕੇ ਆ ਜੀ, ਉਹ ਪੜ੍ਹਦੇ, ਇੱਕ ਪਹਿਲੀ 'ਚ ਪੜ੍ਹਦਾ, ਇੱਕ ਦੂਜੀ 'ਚ ਪੜ੍ਹਦਾ ਜੀ। ਅੱਛਾ, ਹਾਂਜੀ, ਠੀਕ ਆ। ਅਤੇ ਉਹ ਫੀਸਾਂ ਫਾਸਾਂ ਤੋਂ ਨਹੀਂ ਸਾਡੇ ਕੋਲ ਦਿੱਤੀ ਜਾਣ ਡਈ ਜੀ ਇਹ ਕਰਕੇ। ਹਾਂਜੀ, ਹੁਣ ਪੈਲੀ ਤੁਹਾਡੇ ਕੋਲ ਅਸਲ 'ਚ ਹੈ ਕਿੰਨੀ ਕਿਆ ਤੇ ਕਿੰਨੀ ਬਾਕੀ ਰਹਿੰਦੀ ਆ? ਹੁਣ 2.5 ਕਿੱਲੇ ਸਾਡੇ ਕੋਲ ਥਾਂ ਬਚਦਾ ਜੀ। ਟੋਟਲ 5 ਕਿੱਲੇ ਹੀ? ਮਤਲਬ ਤੁਹਾਨੂੰ 2 ਭਰਾਵਾਂ ਦਾ ਹਿੱਸਾ, ਮਤਲਬ ਭਗਵੰਤ ਸਿੰਘ ਦਾ ਵੀ ਮਿਲਿਆ 2.5 ਕਿੱਲੇ, 2.5 ਤੁਹਾਡਾ ਆਪਣਾ ਹੀ ਤੇ 5 ਕਿੱਲੇ ਤੁਹਾਡਾ ਹੋ ਗਿਆ। ਠੀਕ ਹੈ। ਉਹ ਕਿਉਂਕਿ ਉਹ ਨੈਚੁਰਲੀ ਉਹਨਾਂ ਦਾ ਹਿੱਸਾ ਵੀ ਆਉਣਾ ਹੀ ਸੀਗਾ ਤੇ ਉਹ ਇੱਕ ਹਿਸਾਬ ਨਾਲ ਫਿਰ ਭਗਵੰਤ ਵਾਲਾ ਹਿੱਸਾ ਤੇ ਗਹਿਣੇ ਪਿਆ, ਸ਼ਹੀਦ ਸਿੰਘ ਵਾਲੀ ਤੇ ਪੈਲੀ ਫਿਰ ਗਹਿਣੇ ਹੀ ਪਈ ਆ ਕਿ? ਹਾਂਜੀ, ਹੈ ਤਾਂ ਹੈ। ਚਲੋ ਹੁਣ ਕੀ ਕੀਤਾ ਜਾਏ, ਜੋ ਮਹਾਰਾਜ ਨੂੰ ਮਨਜ਼ੂਰ ਹੈ। ਚਲੋ ਕੋਈ ਨਹੀਂ, ਸਤਿਗੁਰੂ ਕਿਰਪਾ ਕਰਨਗੇ। ਹੋਰ ਕੋਈ ਐਸੀ ਗੱਲ, ਕਿਉਂਕਿ ਇੱਕ ਤਾਂ ਬੜੀ ਦੇਰ ਬਾਅਦ ਤੁਹਾਡੇ ਕੋਲ ਆਏ ਆ, ਕੋਈ ਮਨ 'ਚ ਐਸੀ ਗੱਲ ਜਿਹੜੀ ਤੁਸੀਂ ਸੰਗਤ ਨਾਲ ਸਾਂਝੀ ਕਰਨੀ ਚਾਹੁੰਦੇ ਹੋ? ਰੋਜ਼ ਤੁਸੀਂ ਸਾਡੀਆਂ ਵੀਡੀਓ ਵੇਖਦੇ ਹੋ ਤੇ ਚਲੋ ਕੀ ਲੱਗਦਾ ਸੀਗਾ ਵੀ ਚਲੋ ਸਾਡੇ ਪਰਿਵਾਰ ਦਾ ਵੀ ਵਿੱਚ ਜ਼ਿਕਰ ਆਵੇ ਕਿ ਜਾਂ ਕੁਛ ਮਦਦ ਦੀ ਸੋਚਦੇ ਹੋ ਵੀ ਸਾਡੀ ਕੋਈ ਮਦਦ ਹੋ ਜਾਏ? ਚਲੋ ਜੇ ਹੁਣ ਸ਼ਹੀਦ ਹੋ ਗਏ ਇਹਨਾਂ ਦਾ ਵੀ ਨਾ ਆਉਣਾ ਚਾਹੀਦਾ। ਜੇ ਦੂਜੇ ਲੋਕਾਂ ਦਾ ਨਾਮ ਤਾਂ ਸਾਡੇ ਪਿੰਡ ਦੇ ਵੀ ਸ਼ਹੀਦ ਜਿਹੜੇ ਇੰਨੇ ਹੋਏ ਆ, ਇਸੇ ਕੰਮ ਲਈ ਹੋਏ ਆ, ਸੰਘਰਸ਼ ਦੇ ਵਿੱਚ ਹੋਏ ਆ, ਇਹਨਾਂ ਦਾ ਨਾਂ ਜ਼ਰੂਰ ਆਉਣਾ ਚਾਹੀਦਾ ਜੀ। ਵੇਖੋ ਜੀ, ਜਿਹੜੇ ਬੰਦੇ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਨੇ, ਵਧੀਆ ਉਹਨਾਂ ਨੇ ਸੰਘਰਸ਼ ਲੜਿਆ ਵਾ ਅਸੂਲਾਂ 'ਤੇ ਰਹਿ ਕੇ ਗੁਰੂ ਸਾਹਿਬ ਦੇ, ਅਤੇ ਅਸੀਂ ਜ਼ਰੂਰ ਉਹਨਾਂ ਦੇ ਘਰਾਂ 'ਚ ਜਾਵਾਂਗੇ ਜਿੱਥੇ ਜਿੱਥੇ ਵੀ ਉਹ ਕਿਤੇ ਸਾਨੂੰ ਉਹਨਾਂ ਦੇ ਬਾਰੇ ਜਾਣਕਾਰੀ ਮਿਲਦੀ ਆ। ਅਤੇ ਕੋਈ ਗੱਲ ਨਹੀਂ, ਬਾਕੀ ਅੱਜ ਤੁਹਾਡੇ ਕੋਲ ਨੰਬਰ ਸਾਡੇ ਅੱਗੇ ਵੀ ਹੈਗੇ ਆ। ਕਦੀ ਤੁਹਾਨੂੰ ਖੁਦਾ ਨਾ ਖਾਸਤਾ, ਕੋਈ ਰੱਬ ਨਾ ਕਰੇ, ਕੋਈ ਤੁਹਾਨੂੰ ਕੋਈ ਮੁਸ਼ਕਲ ਪ੍ਰੋਬਲਮ ਆਉਂਦੀ ਆ, ਬਿਨਾਂ ਝਿਜਕ ਤੁਸੀਂ ਸਾਨੂੰ ਫੋਨ ਕਰ ਦੇਣਾ। ਅਤੇ ਜਿੰਨੇ ਕੁ ਜੋਗੇ ਹੈਗੇ ਆ, ਅਸੀਂ ਤਾਂ ਗਾਂ ਸੰਗਤ ਨੂੰ ਹੀ ਬੇਨਤੀ ਕਰਨੀ ਆ। ਤੇ ਬੜਾ ਵੱਡਾ ਜਰੀਆ ਜੀ ਤੁਸੀਂ, ਤੇ ਜਿਹੜੇ ਸੰਗਤਾਂ ਇੰਨੀ ਸੇਵਾ ਕਰਨ ਰਹੇ ਇੰਨੇ ਚਿਰ ਤੋਂ। ਹਾਂਜੀ, ਚਲੋ ਇਹ ਤਾਂ ਸਤਿਗੁਰੂ ਦੇ ਕੋਈ ਪੂਰਬਲੇ ਕੋਈ ਕਰਮਾਂ ਦਾ ਹੀ ਫਲ ਜਾ ਕਿ ਸਾਨੂੰ ਇਹ ਸ਼ਹੀਦ ਪਰਿਵਾਰਾਂ ਦੀ ਸੇਵਾ ਮਿਲੀ ਆ। ਅਤੇ ਸੇਵਾ ਕਰਦਿਆਂ ਕਈ ਲੋਕ ਔਖੇ ਵੀ ਬੜੇ ਹੁੰਦੇ ਆ, ਸਾਨੂੰ ਮਾੜਾ ਚੰਗਾ ਵੀ ਬੋਲਦੇ ਆ। ਜੇ ਤੁਸੀਂ ਨਾ ਬਾਤ ਪੁੱਛੋ ਤਾਂ ਕੌਣ ਪੁੱਛੂਗਾ ਜੀ? ਤਾਂ ਬੜੀ ਵੱਡੀ ਤੁਹਾਡੀ ਕਿਰਪਾਨੀ ਆ ਜਿਹੜੀ। ਚਲੋ ਇਹ ਸਤਿਗੁਰੂ ਹੀ ਕਰਨ ਰਹੇ ਆ ਸਾਰਾ ਕੁਛ, ਅਤੇ ਸੰਗਤ ਬਾਹਰ ਵਾਲੀ ਬੜਾ ਸਾਥ ਦੇ ਰਹੀ ਆ। ਅਤੇ ਚਲੋ ਕਿਤੇ ਨਾ ਕਿਤੇ ਸ਼ਹੀਦ ਪਰਿਵਾਰਾਂ ਦੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਆਸਾਨੀਆਂ ਹੋ ਰਹੀਆਂ ਨੇ, ਅਤੇ ਸਤਿਗੁਰੂ ਕਿਰਪਾ ਕਰਨਗੇ ਜੀ। ਅੱਛਾ ਭਾਈ ਹਰਵੰਤ ਸਿੰਘ ਜੀ, ਤੁਹਾਡੇ ਬਾਰੇ ਸਾਨੂੰ ਜਾਣਕਾਰੀ ਮਿਲੀ ਸੀ ਕਿ ਤੁਸੀਂ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ 1984 'ਚ, ਤੁਸੀਂ ਉੱਥੇ ਸੀ ਉਦੋਂ ਦਰਬਾਰ ਸਾਹਿਬ? ਹਾਂਜੀ, ਅਸੀਂ 2 ਤਰੀਕ ਤੋਂ ਲਾ ਕੇ 6 ਤਰੀਕ ਤੱਕ ਰਹੇ ਹਾਂ ਜੀ। 6 ਤਰੀਕ ਦੀ ਰਾਤ 1 ਵਜੇ ਸਾਨੂੰ ਰਾਤ ਕੱਢਿਆ, ਸਾਨੂੰ ਦਰਬਾਰ ਸਾਹਿਬ ਗ੍ਰਿਫਤਾਰ ਕੀਤਾ ਜੀ। ਤੇ ਫਿਰ ਸਾਰਾ ਉਹ ਕਹਿਰ ਹੁੰਦਾ ਆਪਣੀ ਅੱਖੀਂ ਵੇਖਿਆ? ਸਭ ਕੁਝ ਆਪਣੀ ਅੱਖੀਂ ਵੇਖਿਆ, ਜੋ ਜਿੱਥੋਂ ਸ਼ੁਰੂ ਹੋਇਆ ਜਿੱਥੋਂ ਸਮਾਪਤੀ ਹੋਈ ਉੱਥੋਂ ਤੱਕ ਵੇਖਿਆ ਜੀ। 2 ਤੋਂ 6 ਤੱਕ ਤੇ ਪੂਰੀ ਅੱਗ ਵਰੀ ਆ ਉੱਥੇ? ਹਾਂਜੀ, ਬਹੁਤ ਜ਼ਿਆਦਾ ਐ ਧੂੰਆਂ-ਧਾਰ ਹੋਇਆ ਸੀ ਕਿ ਇੰਨਾ ਬੰਬ ਵਰਿਆ, ਮੀਂਹ ਵਾਂਗ ਬੰਬ ਵਰਿਆ ਉੱਥੇ ਜੀ। ਤੇ ਕਿੱਦਾਂ ਬਚ ਗਏ ਉੱਥੇ? ਬਾਅਦ ਇਸ ਤਰ੍ਹਾਂ ਗਿਆ ਜੀ, ਅਸੀਂ ਗਏ ਇੱਥੋਂ 2 ਤਰੀਕ ਨੂੰ ਸਾਡੇ ਪਿੰਡ ਦਾ ਜਥਾ ਗਿਆ, ਖੀਰਲਾ ਜਥਾ ਧਰਮਜੋਤ ਮੋਰਚੇ ਦਾ। 2 ਤਰੀਕ ਸਾਨੂੰ ਪਤਾ ਲੱਗ ਗਿਆ ਸੀ ਵੀ ਕਰਫਿਊ ਲੱਗਾ। 1 ਤਰੀਕ ਨੂੰ ਗੋਲੀ ਚੱਲੀ CRP ਨਾਲ, ਅਤੇ ਨਾਲੇ ਸਾਨੂੰ ਡਕਤੀਆਂ ਸਾਡੀਆਂ ਟਰਾਲੀਆਂ ਸੀ, ਅਤੇ ਨਾਲ ਹੈਗੇ 50-60 ਬੰਦੇ ਸਾਡੇ ਪਿੰਡ ਦੇ, ਨਾਲ ਕਣਕ ਸੀ ਸਾਡੇ ਕੋਲ ਟਰਾਲੀਆਂ ਦੇ ਵਿੱਚ। ਉਹਨਾਂ ਆਖਿਆ ਵੀ ਉੱਥੇ ਚਿੜੀ ਨਹੀਂ ਫੜਕਦੀ, ਤੁਸੀਂ ਇੱਕ ਤਰ੍ਹਾਂ ਚੱਲ ਜਾਓਗੇ ਆਪਣੋਗੇ ਦਰਬਾਰ ਸਾਹਿਬ।
ਤੁਹਾਨੂੰ ਪਤਾ ਉਹ ਸੰਗਤਾਂ ਦੀ ਵੀ ਅਸੀਂ ਅਰਦਾਸ ਕੀਤੀ ਆ, ਅਸੀਂ ਮੁੜਨਾ ਨਹੀਂ, ਜਾਵਾਂਗੇ ਇੱਕ ਵਾਰੀ ਪੜ੍ਹਨਾ ਜ਼ਰੂਰ ਆ। ਜਦੋਂ ਅਸੀਂ ਕਤਵਾਲੀ ਕੋਲ ਗਏ ਆ ਤਾਂ ਅੱਗੋਂ ਸਾਨੂੰ ਕਰਫਿਊ ਲੱਗਾ ਕਚਹਿਰੀ ਹੋਗਾ ਕਤਵਾਲੀ ਲਾਗੇ, ਉੱਥੋਂ ਸਾਡੀਆਂ ਟਰਾਲੀਆਂ ਉਹਨਾਂ ਵਾਪਸ ਕਰਤੀਆਂ ਕਚਹਿਰੀ ਨੂੰ। ਆਂਦੇ ਪਿਛਾਂਹ ਮੁੜ ਜਾਓ, ਗਾਹ ਨਹੀਂ ਲੰਘਣ ਦੇਣਾ ਅਸੀਂ। ਕਚਹਿਰੀ ਲਾ ਕੇ ਟਰਾਲੀਆਂ ਲਾਤੀ। ਸਾਡੇ ਪਿੰਡ ਦਾ ਬਾਬਾ ਬਲਕਾਰ ਸਿੰਘ ਕਿਤੇ ਸੰਤਾਂ ਦੇ ਨਾਲ ਰਿਹਾ ਸੀ ਪਹਿਲੋਂ, ਉਹ ਵੀ ਨਾਲ ਸਾਡੇ ਜਥੇਦਾਰ ਇੱਕ ਪਿਆਰਾ ਸੋ ਇੱਕ ਮੋਹਨ ਸੋ ਮਟੀਆ ਸੀ ਸਾਡੇ ਜਥੇ ਦੇ ਨਾਲ। ਅਤੇ ਉਹ ਫਿਰ ਜਦੋਂ ਇੱਥੇ ਆਣ ਕੇ ਨਾ ਬਾਬੇ ਬਲਕਾਰ ਸਿੰਘ ਨੇ ਫੋਨ ਕੀਤਾ ਸੰਤ ਜਰਨੈਲ ਸਿੰਘ ਨੂੰ ਵੀ ਸਾਡੀਆਂ ਟਰਾਲੀਆਂ ਘੇਰੀਆਂ ਕਣਕ ਵਾਲੀਆਂ, ਅਸੀਂ ਕਣਕ ਲੈ ਕੇ ਆਉਣਾ ਦਰਬਾਰ ਸਾਹਿਬ। ਉਹਨਾਂ ਫਿਰ DC ਨੂੰ ਫੋਨ ਕੀਤਾ ਅਤੇ DC ਨੇ ਸਾਨੂੰ ਫਿਰ ਘੰਟੇ ਕੁ ਬਾਅਦ ਨਾਲ ਇੱਕ ਥਾਣੇਦਾਰ ਦਿੱਤਾ। ਉਹ ਅੱਗੇ ਫਿਰ ਸਾਈਕਲ 'ਤੇ ਗਿਆ ਸਾਡੇ ਨਾਲ ਟਰਾਲੀਆਂ ਦੇ। ਉਹ ਸਾਡੀਆਂ ਟਰਾਲੀਆਂ ਦਰਬਾਰ ਸਾਹਿਬ ਲੰਘਾ ਗਿਆ ਕਰਫਿਊ ਲੱਗੇ ਦੇ ਵਿੱਚ। ਸਾਰੀ ਸੰਗਤ ਸਮੇਤ ਕਣਕ ਹੀ ਦਰਬਾਰ ਸਾਹਿਬ ਦੇ ਅੰਦਰ ਲਾ ਗਈ ਨਾਲ ਹੀ ਸੰਗਤ ਨਾਲ ਹੀ ਨਾਲ ਟਰਾਲੀ ਕਣਕ ਵਾਲੀਆਂ। ਉਹ ਫਿਰ ਅੰਦਰ ਅਸੀਂ ਜਾ ਕੇ 2 ਤਰੀਕ ਨੂੰ ਅੱਪੜ ਗਏ। ਨਹੀਂ ਉੱਥੋਂ ਫਿਰ ਤੁਸੀਂ ਵਾਪਸ ਨਹੀਂ ਮੁੜਨ ਦੀ ਕੋਸ਼ਿਸ਼ ਕੀਤੀ ਕਣਕ ਲਾ ਕੇ? ਨਹੀਂ, ਅਸੀਂ ਜਥਾ ਜਾਣਾ ਸੀ ਨਾ, ਜਾਣਾ ਸੀ ਦੂਜਿਆਂ ਦੇ ਜੇਲ੍ਹ ਜਾਣਾ ਸੀ, ਅਸੀਂ 3 ਜਣੇ ਹਾਂ। ਅਸੀਂ ਫਿਰ ਅਗਲੇ ਦਿਨ 3 ਤਰੀਕ ਭਾਈ ਸ਼ਹੀਦ ਮਰੀਜ਼ ਸਿੰਘ, ਇੱਕ ਤੇ ਮਰੀਜ਼ ਸਿੰਘ ਸ਼ਹੀਦ, ਇੱਕ ਹੋਰ ਮਰੀਜ਼ ਸਿੰਘ ਸ਼ਹੀਦ ਹੁੰਦਾ ਸੀ, ਉਹਨਾਂ ਨੂੰ ਜਾ ਕੇ ਮਿਲੇ ਅਕਾਲ ਤਖਤ ਸਾਹਿਬ। ਉਹ ਆਖਦੇ ਵੀ ਤੁਸੀਂ ਜਥੇ ਨਾ ਜਾਓ ਅਤੇ ਜੇ ਕੁਝ ਕਰ ਸਕਦੇ ਹੋ, ਜੇ ਤੁਹਾਡੇ ਕੋਲ ਹਥਿਆਰ ਨੂੰ ਚਲਾਉਣ ਜਾਣਾ ਤਾਂ ਫਿਰ ਇੱਥੇ ਰਹੋ ਦਰਬਾਰ ਸਾਹਿਬ, ਜੇ ਨਹੀਂ ਚਲਾਉਣ ਚਾਹੁੰਦਾ ਫਿਰ ਨਿਕਲ ਜਾਓ। ਘੇਰਾ ਪੈ ਗਿਆ ਦਰਬਾਰ ਸਾਹਿਬ ਨੂੰ ਅਤੇ ਜਥੇ 'ਚ ਨਾ ਜਥਿਆਂ ਦੇ ਖੜੇ ਛੱਡ ਦਿਓ, ਹੁਣ ਜਥੇ ਕੋਈ ਨਹੀਂ ਜਾਣਾ, ਤੁਹਾਡਾ ਜਾਣਾ ਚਾਹੀਦਾ। ਅਤੇ ਅਗਲੇ ਦਿਨ ਜਦੋਂ ਕਰਫਿਊ ਖੁੱਲ੍ਹਾ, ਸ਼ਹੀਦੀ ਗੁਰਪੁਰਬ ਵੀ ਸੀ ਮਹਾਰਾਜ ਦਾ, ਗੁਰੂ ਅਰਜਨ ਦੇਵ ਜੀ ਦਾ, ਅਤੇ ਬਹੁਤ ਜ਼ਿਆਦਾ ਸੰਗਤ ਆਈ। ਉਦੋਂ ਸੰਗਰੂਰ ਦਾ ਜਥਾ 5000 ਦਾ ਜਥਾ ਰਿਹਾ ਹੋ ਗਿਆ ਆਇਆ ਸੀ ਅੰਮ੍ਰਿਤਸਰ ਦੀ ਜੇਲ੍ਹ 'ਚੋਂ। ਅੰਮ੍ਰਿਤਸਰ ਮੱਥਾ ਟੇਕਣ ਵੀ ਚੱਲ, ਉਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ। ਅਤੇ ਮੁੜ ਕੇ ਨਾ ਫਿਰ ਕਰਫਿਊ ਲਾ ਦਿੱਤਾ 12 ਵਜੇ ਤੋਂ ਬਾਅਦ। ਫਿਰ 5 ਤੋਂ 5:30 ਵਜੇ ਅੱਧਾ ਘੰਟਾ ਕਰਫਿਊ ਖੋਲ੍ਹਿਆ ਇਹਨਾਂ ਵੀ ਜਿੰਨਾ ਨਿਕਲਣਾ ਨਿਕਲ ਜਾਓ। ਦੂਜੇ ਜਿਹੜੇ ਸਾਡੇ ਨਾਲ ਦੇ ਸਾਥੀ ਉਹ ਸਾਰੇ ਫਿਰ ਨਿਕਲ ਆਏ ਬਾਹਰ। ਸਾਨੂੰ ਨਾ ਆਖਿਆ ਅਸੀਂ ਨਹੀਂ ਜਾਣਾ, ਅਸੀਂ ਰਹਿਣਾ ਇੱਥੇ ਹੀ ਤਿੰਨਾਂ ਨੇ। ਉਹ ਲੱਭ ਲੂ ਕੇ ਚਲੇ ਗਏ, ਅਸੀਂ ਮੁੜ ਕੇ ਪਰਾਂ ਜਾ ਕੇ ਲੋਕ ਗਏ। ਅਸੀਂ ਫਿਰ ਰਾਤ ਰਹੇ ਅਤੇ ਰਾਤ ਮੁੜ ਕੇ ਅੱਧਾ ਘੰਟੇ ਦੇ ਕਿੰਨੀ ਸੰਗਤ ਨਿਕਲੀ, ਨਾਲੇ ਲੋਕਾਂ ਨੂੰ ਪਤਾ ਨਹੀਂ ਵੀ ਇਹ ਸਾਡੇ ਨਾਲ ਜ਼ੁਲਮ ਹੋ ਜਾਣਾ ਇਹਨਾਂ। ਬਹੁਤ ਜ਼ਿਆਦਾ ਸੰਗਤ ਸੀ। ਰਾਤ ਮੁੜ ਕੇ ਫਿਰ ਜਿਉਂ 8 ਵਜੇ ਫਿਰ ਸੰਤਾਂ ਦੇ ਬੰਦੇ ਡਏ ਸੀ ਬਣਾਉਣ ਮੋਰਚੇ 'ਤੇ ਸਰਾਂਜ ਅਤੇ ਆਪਣਾ ਬਾਬੇ ਟਲ ਰਾਏ 'ਤੇ। ਉਹ ਆਂਦੇ ਸੇਵਾ ਕਰੋ ਸੰਗਤ ਨੂੰ ਨਾਲ। ਫਿਰ ਰਾਤ ਬੋਰੀਆਂ ਦੀ ਸੇਵਾ ਕਰਦੇ ਰਹੇ, ਚੁੱਕ ਤੋੜੇ ਦੇ ਗਾਉਂਦੇ ਸ਼ਬਦ ਸਾਡਾ ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ ਜਾਵੇ। ਜਿੰਨੇ ਸੰਤਾਂ ਦੇ ਬੰਦੇ ਡਏ ਹੁੰਦੇ ਮੋਰਚੇ ਬਣਾਉਣ ਸਿੰਘ, ਉਹ 12-1 ਵਜੇ ਤੱਕ ਫਿਰ ਰਾਤ ਮੋਰਚੇ ਬਣਾਉਂਦੇ ਰਹੇ ਉਹਨਾਂ ਨਾਲ। ਇਹ 3 ਤਰੀਕ ਦੀ ਗੱਲ ਆ? 3 ਤਰੀਕ ਦੀ ਰਾਤ ਨੂੰ। ਅਤੇ ਤੜਕੇ 4 ਵਜੇ ਫਿਰ ਮੁੜ ਕੇ ਗੋਲੀ ਸ਼ੁਰੂ ਹੋ ਗਈ ਚੱਲਣੀ। ਅਸੀਂ ਪਏ ਹਾਂ ਕਰਮਾਂ ਦੇ ਲਾਗੇ, ਜਿਹੜੀ ਦਿਉੜੀ ਉਹਦੇ ਵਿੱਚ ਪਏ ਹਾਂ ਲੰਗਰ ਹਾਲ ਦੀ ਲਾਗੇ। ਉੱਥੋਂ ਉੱਠ ਕੇ ਅਸੀਂ ਮੰਜੀ ਹਾਲ ਜਾ ਵੜੇ ਮੁੜ ਕੇ। ਅਤੇ ਮੁੜ ਕੇ ਫਿਰ ਕੰਮ ਸ਼ੁਰੂ ਹੋ ਗਿਆ। ਦੋਵਾਂ ਬੰਦੇ ਦਾ ਬਹੁਤ ਜ਼ਿਆਦਾ ਗੋਲੀ ਮੀਂਹ ਵਾਂਗ ਵਰਨ ਲੱਗ ਪਈ। ਅਤੇ ਜਦੋਂ ਸਵੇਰੇ ਉੱਠ ਕੇ ਵੇਖਿਆ ਸਾਡੇ ਲਾਗੇ ਇੱਕ ਬਜ਼ੁਰਗ ਸੀ, ਉਹਦੇ ਬ੍ਰੈਕਟ ਵੱਜਾ ਸੀ ਇੱਥੇ ਮੰਜੀ ਵਾਲਾ, ਆਸਾ ਉੱਡਿਆ ਉਹਦਾ ਸਾਰਾ ਵਿਚਾਰੇ ਦਾ ਚੂੜਾ। ਇਹ ਦੋਵੇਂ ਸਿੰਘ ਆਂਦੇ ਵੀ ਤੂੰ ਇੱਥੇ ਰਹੋ, ਸਾਡੇ ਝੋਲੇ ਦੇ ਕਿਰਪਾਨਾਂ ਫੜ ਅਤੇ ਅਸੀਂ ਇਹਨੂੰ ਛੱਡ ਆਈਏ। ਉੱਥੇ ਥਰਾਂ ਦੇ ਵਿੱਚ ਇਲਾਜ ਹੁੰਦਾ ਸੀ, ਮਾੜਾ ਮੋਟਾ ਪੱਟੀ ਕਰਦੇ ਸੀ। ਇਹ ਮੁੰਡਿਆਂ ਚੁੱਕਣ ਦੋਵਾਂ ਲੈ ਗਏ ਅਤੇ ਮੈਂ ਉੱਥੇ ਘਿਰਿਆ ਗਿਆ ਇਕੱਲਾ ਸੀ ਮੰਜੀ ਵਾਲਾ। ਇਹ ਸਾਰੀ ਦਿਹਾੜੀ ਉੱਧਰ ਆਏ ਅਤੇ ਮੈਂ ਇੱਧਰ ਆਇਆ ਮੰਜੀ ਵਾਲਾ। ਅਗਲੇ ਦਿਨ ਮੁੜ ਕੇ ਫਿਰ ਰਾਤ ਨੂੰ ਇਹ ਵੀ ਆ ਗਏ ਇੱਥੇ ਮੰਜੀ ਵਾਲੀ। ਉਹ ਰਾਤ ਅਸੀਂ ਮੰਜੀ ਵਾਲੀ ਰਹੇ ਹਾਂ। ਅਗਲੇ ਦਿਨ ਫਿਰ ਜਦੋਂ 12 ਵਜੇ ਲੰਮੇ ਪੈ ਕੇ ਅਤੇ ਅਸੀਂ ਚਲੇ ਗਏ ਲੰਗਰ ਹਾਲ 'ਚ, ਜਿੱਦਾਂ ਧੁੱਪ ਚੱਲਦੀ 5 ਤਰੀਕ ਨੂੰ। ਸਾਰੀ ਦਿਹਾੜੀ ਲੰਗਰ ਹਾਲ 'ਚ ਰਹੇ ਅਤੇ 5-6 ਸਾਨੂੰ ਉੱਥੋਂ ਕੱਢਿਆ ਉੱਥੋਂ ਲੰਗਰ ਹਾਲ 'ਚ ਨਾ ਵੀ ਹੁਣ ਬਹੁਤ ਜ਼ਿਆਦਾ ਗੋਲੇ ਜਿਹੜੇ ਉਹ ਵੱਜਣ ਡਏ ਮਨਾਰਿਆਂ ਦੇ ਉੱਤੇ। ਤਾਂ ਤੋਪਾਂ ਦੇ ਜਿਹੜੇ ਸ਼ੀਸ਼ੇ ਬੂਹੇ ਬਾਰੀਆਂ ਆਪਣੇ ਖੁੱਲ੍ਹ ਜਾਂਦੇ ਸਾਰੇ। ਅਤੇ ਉਹ ਮਨਾਰਿਆਂ ਮਹਾਂ 2-3 ਇੱਟਾਂ ਡਿੱਗਦੀਆਂ ਸੀ ਜਿਹੜੀਆਂ ਬਹੁਤ ਜ਼ਿਆਦਾ ਪੱਕੇ ਜਦੋਂ ਗੋਲੇ ਵੱਜਦੇ। ਜਿਹੜੇ ਉੱਥੇ ਬਣੇ ਬੁੰਗੇ ਬਣੇ ਜਿਹੜੇ। ਅਤੇ ਰਾਤ ਮੁੜ ਕੇ ਜਦੋਂ ਅਸੀਂ ਗਏ ਤਾਂ ਫਿਰ ਸਾਨੂੰ ਸਰਾਂ ਜਵਾ ਜਿਹੜੇ ਹੈਗੀ ਆ ਦਿਉੜੀ, ਉੱਥੇ ਸੰਗਤ ਬੈਠੇ, ਅਸੀਂ ਉਹਨਾਂ ਦੇ ਵਿੱਚ ਜਾ ਬੈਠੇ ਰਾਤ ਦੇ 10 ਵਜੇ। ਅਤੇ ਮੁੜ ਕੇ ਆਉਂਦੇ ਵੀ ਹੁਣ ਫੌਜ ਅੰਦਰ ਆਉਣ ਵੜੀ ਆ, ਗੇਟ ਤੋੜਦੇ ਟੈਂਕ ਵੀ ਆ ਗਏ ਅੰਦਰ। ਹੁਣ ਜਿੱਥੇ ਕਿਸੇ ਦਾ ਬਚਾਅ ਹੁੰਦਾ ਕਰ ਲਓ। ਅਤੇ ਬਚਾਅ ਉੱਥੇ ਕਿੱਥੇ ਕਰਨਾ ਜਿੱਧਰ ਕਿਸੇ ਨੂੰ ਥਾਂ ਲੱਭਦਾ ਸੀ। ਭੋਰਾ ਸੀ ਸਰਾਂ ਦੇ ਵਿੱਚ, ਉਹਦਾ ਕਿਸੇ ਨੂੰ ਪਤਾ ਹੀ ਨਹੀਂ ਵੀ ਨਿੱਕੀ ਜਿਹੀ ਬਾਰੀ ਸੀ ਭੋਰੇ ਦੀ। ਉਹ 100-150 ਅਸੀਂ ਹੈਗਾ ਜਿੰਨੇ ਕੁ ਜਾਣੇ ਇੱਕ ਵਜੇ ਵੇਖੋ ਵੀ ਸਾਡੇ ਭੋਰੇ ਜਾ ਵੜੇ। ਅਤੇ ਬਹੁਤ ਜ਼ਿਆਦਾ ਗਰਮੀ ਅਤੇ ਬੁਰਾ ਹਾਲ ਸੀ ਉੱਥੇ। ਇੱਕ ਥੋੜ੍ਹੇ ਜਿਹੇ ਥਾਂ 'ਚ ਇੰਨਾ ਬੰਦਾ ਇੰਨੀ ਗਰਮੀ 'ਚ, ਉੱਧਰੋਂ ਮੇਰਾ ਖਿਆਲ ਬਿਜਲੀ ਵੀ ਘੱਟਤੀ ਹੋਣੀ, ਪੱਖਾ ਵੀ ਨਹੀਂ ਕੋਈ ਚੱਲਦਾ ਹੋਣਾ, ਪਾਣੀ ਪੂਣੀ ਬੰਦ, ਬਿਜਲੀ ਵੀ ਬੰਦ ਸੀ, ਸਭ ਕੁਝ ਬੰਦ ਸੀ। ਰਾਤ ਫਿਰ ਰਹੇ ਉੱਥੇ ਭੋਰੇ ਜੀ। ਸਵੇਰੇ 9 ਵਜੇ ਆਉਂਦੇ, ਰਾਤ ਫੋਨ ਕਰਦੇ ਸੀ, ਅਨਾਊਂਸਮੈਂਟ ਕਰਦੇ ਵੀ ਬਾਹਰ ਨਿਕਲੋ ਨਹੀਂ ਤਾਂ ਸਾਨੂੰ ਅੰਦਰ ਬੰਬ ਸੁੱਟ ਕੇ ਮਾਰ ਦਾਂਗੇ। ਆਂਦੇ ਵੀ ਹੁਣ ਮਾਰ ਤੇ ਨਾ ਦੇਣਾ ਹੀ ਆ। ਅਤੇ ਨਿਕਲੀਏ ਜਿਵੇਂ ਵੇਖਾਂਦੇ ਹੁੰਦੇ 9 ਵੱਜ ਗਏ, ਦਿਨ ਚੜ੍ਹਿਆ ਜਾ ਉਹਦਾ। ਜਦੋਂ ਸਵੇਰੇ ਅਸੀਂ ਨਿਕਲਦੇ ਨਾਲ ਸਾਡੇ ਇੱਕ ਸਿੰਘ ਸੀ, ਉਹਦੇ ਕੋਲ ਰਫਲ ਸੀ, ਉਹ ਨਾਲ ਹੀ ਰਫਲ ਲੈ ਕੇ ਆ ਗਿਆ ਬਾਹਰ। ਇਹਨਾਂ ਗੋਲੀ ਮਾਰੀ ਤਾਂ ਪੌੜੀਆਂ 'ਚ ਡਿੱਪਿਆ ਉੱਥੇ ਹੀ ਉਹ ਜਰਾ। ਉਹ ਜਾਂ ਤਾਂ ਥੱਲੇ ਸੁੱਟ ਆਉਂਦਾ ਅਤੇ ਉਹ ਚੋਂ ਲੈ ਕੇ ਪੌੜੀਆਂ ਚੜ੍ਹਿਆ। ਫਿਰ ਅਸੀਂ ਫਿਰ ਜਾ ਕੇ ਅੰਦਰ ਜਾ ਵੜ ਗਏ ਪਿਛਾਂ। ਫਿਰ ਇਹਨਾਂ ਅਨਾਊਂਸਮੈਂਟ ਕੀਤੀ ਵੀ ਜਾਂ ਤਾਂ ਨਿਕਲ ਜਾਓ ਨਹੀਂ ਤਾਂ ਅੰਦਰ ਬੰਬ ਸੁੱਟ ਦੇਣੇ ਤੁਹਾਡੇ ਦੇ। ਫਿਰ ਅਸੀਂ ਨਿਕਲੇ ਜਾਓ ਅਤੇ ਫਿਰ ਆਉਂਦਿਆਂ ਦੇ ਲਾਸ਼ਾਂ ਦੇ ਢੇਰ ਲੱਗੇ ਸੀ ਜਿਹੜੇ ਥਰਾਂ ਦੇ ਵਿੱਚ। ਹੇਠ ਉੱਤੇ ਪਈਆਂ 3-3 ਲਾਸ਼ਾਂ, ਕੋਈ ਨਿਆਣਾ ਦੁੱਧ ਚੁੰਗਣ ਡਿਆ, ਕੋਈ ਕਿਸੇ ਦੀਆਂ ਆਂਦਰਾਂ ਨਿਕਲੀਆਂ, ਕੋਈ ਪਾਰਿਆ ਕਰਨ ਡਿਆ ਮੈਨੂੰ ਪਾਣੀ ਦਿਓ। ਅਤੇ ਜਿਹੜਾ ਟੈਂਕੀ ਦਾ ਪਾਣੀ ਉਹਦੇ ਵਿੱਚ ਲਾਸ਼ਾਂ ਪਈਆਂ, ਸਾਰਾ ਟੈਂਕੀ ਦਾ ਪਾਣੀ ਟੁੱਟ ਕੇ ਨੀਵਾਂ ਜਿਹਾ ਥਾਂ ਹੁੰਦਾ, ਟੂਟੀਆਂ ਗੋਲ, ਉੱਥੇ ਸਾਰਾ ਜਮ੍ਹਾਂ ਹੋਇਆ ਸੀ।
ਫਿਰ ਸਾਨੂੰ ਨਾ ਲੈਣਾ ਲਾ ਕੇ ਆਂਦੇ ਵੀ ਇੱਥੇ ਬਹਿ ਜਾਓ, ਲੈਣਾ ਲਾ ਕੇ ਤੇ ਨਾਲ ਥੜਾ ਹੋਏ ਤੇ ਮਗਲੇ ਬੰਨੇ ਅਗਲੇ ਬੰਨੇ ਬੀੜ ਕੇ ਨਾ ਮਗਲੇ ਬੰਨੇ ਬੰਨਾ ਨਾਲ ਜਨਾਨੀਆਂ ਨਾਲ ਨਿਆਣੇ ਸਾਡੇ ਪਹਿਲੋਂ ਗਰਨੇਡ ਮਾਰੇ ਨਾ 2। ਅੱਛਾ, ਉਹ ਭੀੜ ਦੇ ਵਿੱਚ ਹੀ ਭਾਗ ਕੇ ਸਾਨੂੰ ਲੈਣਾ ਤੇ ਭੀੜ ਵੱਖਰੀ, ਸਾਨੂੰ ਵੱਖਰਾ ਭਾਗ ਲੈਣਾ ਜੋ ਜਿੰਨੇ ਕੁ ਅਸੀਂ ਭੋਰੇ ਚੋਂ ਨਿਕਲੇ ਹਾਂ। 48 ਨੰਬਰ ਕਮਰੇ ਦੇ ਨਾਲ ਹੀ ਆ ਥਾਂ ਦੇ ਵਿੱਚ ਉਹਦੇ ਲਾਗੇ। ਉਹ ਮੁੜ ਕੇ ਅਸੀਂ ਹੇਠ ਉੱਤੇ ਹੋ ਗਏ, ਜਿਵੇਂ ਜਿਸ ਤਰ੍ਹਾਂ ਗੋਲੀ ਜਿਹਨੂੰ ਵੱਜਦੀ ਗਈ ਉਹ ਵਿਚਾਰਾ ਪੂਰਾ ਹੁੰਦਾ ਗਿਆ, ਕਿਸੇ ਦੀ ਲੱਤ ਉੱਡ ਗਈ, ਕਿਸੇ ਦੀ ਬਾਂਹ ਉੱਡ ਗਈ। ਅਸੀਂ 10-15 ਜਣੇ ਹੋਣੇ ਜਿਹੜੇ ਵਜੇ ਹਾਂ। ਅਸੀਂ ਤਾਂ ਵੇਖਿਆ ਥੱਲੇ ਕਿ ਮੁੜੇ ਇੱਕ ਦਿਨ ਸੀੜੀ ਜੀ ਮਾਰੀ ਤੇ ਗੋਲੀ ਬੰਦ ਹੋਈ ਚੱਲਣੀ। ਆਂਦੇ ਭਿੰਡਰ ਵਾਲਾ ਮਾਰਿਆ, ਹਮ ਨਹੀਂ ਮਾਰੇ, ਅਕਾਲ ਤਖਤ ਸੇ ਗੋਲੀ ਆ ਰਹੀ ਹੈ। ਇਹ ਭਿੰਡਰ ਵਾਲਾ ਚਲਾ ਰਿਹਾ। ਮੁੜ ਕੇ ਇੱਕ ਨੇ ਸੀੜੀ ਮਾਰੀ ਤਾਂ ਅਸੀਂ ਭੱਜ ਕੇ ਅੰਦਰ ਜਾ ਵੜੇ, ਤਾਂ 48 ਨੰਬਰ ਕਮਰਾ ਉੱਥੇ ਜਿਹੜੇ ਵਜੇ ਹਾਂ। ਫਿਰ ਅਸੀਂ ਸਾਨੂੰ ਪਾਣੀ ਦਿਓ, 2 ਦਿਨਾਂ ਤੇ ਆਏ ਹਾਂ। ਉਹ ਅੱਗੋਂ ਫਿਰ ਗਾਲਾਂ ਕੱਢ ਕੇ ਕਹਿੰਦੇ ਜੈਸਾ ਪਾਣੀ ਤੁਮਨੇ ਪਿਲਾਇਆ ਗੋਲੀ ਦਾ ਹੀ ਪਾਣੀ ਮਿਲੇਗਾ ਤੁਮਕੋ, ਇੰਨੀ ਫੌਜ ਮਾਰਤੀ ਦਿਖਾ। ਤੇ ਬਾਅਦ ਦੇ ਵਿੱਚ ਫਿਰ ਤੁਸੀਂ ਫੌਜੀਆਂ ਦੀਆਂ ਵੀ ਲਾਸ਼ਾਂ ਵੇਖੀਆਂ ਪਈਆਂ ਉੱਥੇ? ਨਹੀਂ, ਫੌਜੀ ਲਾਸ਼ ਨਹੀਂ ਜੀ ਅਸੀਂ ਵੇਖੀ, ਨਾਲ ਦੀ ਨਾਲ ਹੀ ਚੁੱਕੀ ਜਾਂਦੇ ਹੋਣੇ। ਨਾਲ ਚੁੱਕੀ ਹੈ ਸੰਗਤ ਦੀ ਲਾਸ਼ ਵੇਖੀ, ਸੰਗਤ ਦੀਆਂ 3-3 ਲਾਸ਼ਾਂ ਹੇਠ ਉੱਤੇ, ਜਿਸ ਤਰ੍ਹਾਂ ਕਿਸੇ ਨੂੰ ਗੋਲੀ ਵੱਜਦੀ ਇੱਕ ਦੇ ਉੱਤੇ ਜਾ ਡਿੱਗਦੇ ਰਹੇ ਆ। ਕਈ ਸਹਿਕਦੇ, ਕਈ ਵਿਚਾਰੇ ਅੰਦਰਾਂ ਨਿਕਲੀਆਂ, ਬੁਰਾ ਹਾਲ ਸੀ। ਤੇ ਮਤਲਬ ਕਈ ਅਜੇ ਜਿਉਂਦੇ ਸੀ, ਤੜਫਦੇ, ਤੁਸੀਂ ਉਹ ਸੀਨ ਆਪਣੇ ਅੱਖੀਂ ਵੇਖਿਆ? ਆਪਣੀ ਅੱਖੀਂ ਅੰਦਰਾਂ ਨਿਕਲੀਆਂ ਤੇ ਬਹੁਤ ਜ਼ਿਆਦਾ ਬੁਰਾ। ਨਿਆਣਿਆਂ ਦਾ ਵਿਚਾਰੇ ਦੁੱਧ ਚੋਂ ਗੰਢੇ ਉਤਨਾ ਪੈ, ਜਨਾਨੀਆਂ ਦੇ ਉੱਤੇ ਨਿੱਕੇ ਨਿੱਕੇ ਬੱਚੇ ਛੋਟੇ ਛੋਟੇ ਜਿਹੜੇ ਆ। ਬਾਅਦ ਦੇ ਵਿੱਚ ਫਿਰ ਸਾਨੂੰ ਵੀ ਜਿੱਥੇ ਉਹ ਭਾਏ ਸੀ ਬੰਦੇ ਨਾਲ ਟਵਰੇ ਦੇ ਬੰਦੇ ਇਹ ਬੰਦੇ ਵਾਹ ਇਕੱਠੇ ਕਰਕੇ ਬਣਾਏ ਸੀ, ਉਹ 'ਚ ਲਿਆ ਭਾਇਆ। 1 ਵਜੇ ਬਾਅਦ ਫਿਰ ਸਾਨੂੰ ਫੇਰ ਠਾਇਆ, ਆਂਦੇ ਲਾਸ਼ਾਂ 'ਤੇ ਪਾਣੀ ਪਾਓ। ਲਾਸ਼ਾਂ ਬੋ ਮਾਰ ਗਈਆਂ, ਫੁੱਲ ਗਈਆਂ ਸੀ। ਉਹ ਫਿਰ ਪਾਣੀ ਉੱਥੋਂ ਪਾਣੀ ਪੀਣਾ ਪਿਆ ਸਾਨੂੰ। ਲਾਸ਼ਾਂ ਲਾਈ ਜਿੱਦਾਂ ਟੂਟੀਆਂ ਦਾ ਸੀ ਇਕੱਠਾ ਹੋਇਆ, ਬਹੁਤ ਜ਼ਿਆਦਾ ਬੁਰਾ ਸੀ। ਤੇ ਨਾ ਉਹ ਮੁੜ ਕੇ ਸਾਨੂੰ ਆਂਦੇ ਲਾਸ਼ਾਂ ਚੁੱਕੋ ਨਾਲ। ਫਿਰ ਅਸੀਂ ਥਾਂ ਤੋਂ ਜਿਹੜੇ ਫੌਜੀ ਜੇ ਖੜ੍ਹਦੇ ਤੇ ਚੁੱਕ ਕੇ 2 ਬੰਦਿਆਂ ਤੋਂ, ਉਹ ਤੇ ਸਾਨੂੰ ਚੁੱਕਣ ਸਟ੍ਰੈਚਰ ਜੇ ਦੇਤੇ ਤੁਹਾਨੂੰ? ਹਾਂਜੀ, ਉਹ ਤੇ ਫਿਰ ਲਾਸ਼ਾਂ ਚੁੱਕ ਕੇ ਅਸੀਂ ਥਾਂ ਤੱਕ ਖੜ੍ਹਦੇ ਹਾਂ, ਉਹ ਟੈਂਚੀ ਤੱਕ। ਅੱਗੇ ਪਰਲੇ ਬੰਨੇ ਗੱਡੀਆਂ ਲਾਈਆਂ ਸੀ ਨਾ, ਉੱਥੋਂ ਫਿਰ ਰਾਤ ਬਰੇਤੇ ਜਿਹੜੇ ਸਹਿਕਦੇ ਉਹਨਾਂ ਚੁੱਕ ਕੇ ਲੱਤਾਂ ਤੋਂ ਵਿੱਚ ਮਾਰਦੇ ਸੀ ਗੱਡੀਆਂ ਦੇ। ਮਤਲਬ ਕਿਸੇ ਦਾ ਇਲਾਜ ਪੱਟੀ ਕੋਈ ਨਹੀਂ ਕਰਦਾ, ਬਸ ਲਾਸ਼ਾਂ 'ਚ ਹੀ ਸੁੱਟੀ ਜਾਂਦੇ ਸੀ ਜ਼ਖਮੀ ਵੀ? ਜਿਹੜੇ ਜ਼ਿਆਦਾ ਬਹੁਤ ਉਹਨਾਂ ਨੂੰ ਇਸ ਤਰ੍ਹਾਂ ਸੁੱਟੀ ਜਾਣ ਡਿਆ ਸੀ। ਸਹਿਕਦੇ ਵਿੱਚ ਹੈਗੇ ਬੰਦੇ ਜਿਹੜੇ ਆ ਕਮੇਟੀ ਵਾਲੇ ਹੁੰਦੇ, ਮਾਰਕੀਟ ਕਮੇਟੀ ਜੀ ਵਾਲੇ ਹੁੰਦੇ ਆਪਣੇ, ਉਹ ਜਿਹੜੇ ਸਫਾਈ ਕਰਮਚਾਰੀ ਮਿਊਨਿਸਪਲ ਕਮੇਟੀ ਵਾਲੇ। ਹਾਂਜੀ, ਇਹਨਾਂ ਨੂੰ ਆਰਡਰ ਦਿੱਤਾ ਹੈ ਵੀ ਜੋ ਇਹਨਾਂ ਦੇ ਤਲਾਸ਼ੀ ਲਈ ਜਾਓ, ਜੇ ਕੜਾ ਕਿਸੇ ਦਾ ਕੜਾ ਲਾ ਲਓ, ਪਿਸ਼ਾਬ ਹੈ, ਪੈਸੇ ਤਲਾਸ਼ੀ ਲਈ ਕੱਢੀ ਜਾਓ ਤੁਸੀਂ। ਸ਼ਰਾਬ ਨਾਲ ਰੱਜੇ, ਇਹ ਵੀ ਰੱਜੇ, ਫੌਜ ਵੀ ਰੱਜੀ, ਪੇਟੀਆਂ ਸ਼ਰਾਬ ਦੀਆਂ ਨਾਲ ਚੁੱਕੀ ਫਿਰਦੇ ਸੀ। ਤੇ ਬਲਵੰਤ ਸਿੰਘ ਰਾਮੂ ਵਾਲੀ ਜਿਹੜਾ ਟੈਂਕੀ ਕੋ ਖਲੋਤਾ ਸੀ, ਮੈਨੂੰ ਆਂਦਾ ਕਿੱਧਰ ਆਏ? ਮੈਂ ਕਿਹਾ ਅਸੀਂ ਤਾਂ ਐਂ ਜਥੇ ਲੱਭ ਭਿੰਡਰਾ ਕਿੱਥੇ ਸਾਡਾ ਪਿੰਡਰਾ। ਇਹ ਗੱਲ ਬਲਵੰਤ ਸਿੰਘ ਰਾਮੂ ਵਾਲੀ ਨੇ ਕਹੀ ਆ? ਬਲਵੰਤ ਸਿੰਘ ਰਾਮੂ ਵਾਲੇ ਕਾਲੀ ਪੱਗ ਬਾਈ, ਲਾਲ ਪੇਟੀ ਵਧੀਆ, ਪੂਰਾ ਟੌਰ ਨਾਲ ਖਲੋਤਾ ਸੀ ਕਿ ਲਾਗੇ ਜਰਨਲ ਬਰਾੜ ਹੀ ਇਹਦੇ ਖਲੋਤਾ। ਤੇ ਕਿੱਥੇ ਭਿੰਡਰਾਲਾ ਤੁਹਾਡਾ? ਹੁਣ ਲੈ ਲਿਆ ਜੇ ਮਜ਼ਾ ਆਣ ਕੇ। ਇੰਨੀ ਗੱਲ ਇਹਨੇ ਆਖੀ ਜੇ ਬਲਵੰਤ ਸਿੰਘ ਰਾਮੂ ਵਾਲੀ ਨੇ। ਕੋਈ ਡਰ ਖੋਹ ਨਹੀਂ, ਕੋਈ ਗੱਲਬਾਤ ਇਹਨਾਂ ਦੇ ਚਿਹਰੇ ਤੇ ਬਾਸਾ ਵੀ ਸੀ। ਮਤਲਬ ਉਦੋਂ ਤੁਸੀਂ ਬਲਵੰਤ ਸਿੰਘ ਰਾਮੂ ਵਾਲੀਏ ਦੀ ਤੁਹਾਨੂੰ ਪਹਿਚਾਣ ਸੀ ਪੂਰੀ ਵੀ ਰਾਮੂ ਵਾਲੀਆ ਵਾ? ਪੂਰੀ ਪਛਾਣਿਆ ਜੀ ਮੈਨੂੰ। ਮਤਲਬ ਇਹਦੇ ਚਿਹਰੇ ਤੇ ਕੋਈ ਉਦਾਸੀ, ਕੋਈ ਪਰੇਸ਼ਾਨੀ ਕੋਈ ਗੱਲਬਾਤ ਨਹੀਂ। ਇਹ ਖਲੋਤਾ ਪੂਰੇ ਟੌਰ ਨਾਲ ਖਲੋਤਾ ਜੀ, ਦੂਜਾ ਸੂਟ ਜਿਹਾ ਪਾਇਆ ਇਹਨੇ ਤੇ ਕਾਲੀ ਪੱਗ ਬੱਧੀ, ਲਾਲ 50 ਜੀ ਲਈ। ਹਾਂਜੀ, ਮੈਂ ਜਾਣਦਾ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਇਹਨਾਂ ਦੇ। ਹਾਂਜੀ, ਇਹਨਾਂ ਰਲ ਮਿਲ ਕੇ ਸਾਰੇ ਲੀਡਰਾਂ ਨੇ ਤੇ ਸਾਰਾ ਇਹ ਕੰਮ ਕਰਾਇਆ ਉਦੋਂ ਸੈਂਟਰ ਗਵਰਨਮੈਂਟ। ਇਹਨਾਂ ਦੇ ਚਿਹਰੇ ਇੰਨੀ ਸਖਤ ਕੁੱਟ ਕੇ ਨਾ, ਫਿਰ ਦੂਜੇ ਜਿਹੜੇ ਕੱਢਦੇ ਸੀ ਸਿਰੇ ਤੋਂ ਉਹਨਾਂ ਨੂੰ ਕਤਵਾਲੀ ਕੁੱਟ ਕੇ ਫਿਰ ਗਾਂਹ ਖੜਦੇ ਕੈਂਪ ਜਾਏਗਾ ਸੂਰ ਰਾਣੀ ਕਾਲਜ ਆ, ਇੱਥੇ ਲਿਆਉਂਦੇ ਸੀ। ਸਾਡੀ ਵਾਰੀ ਆਈ ਰਾਤ ਦੇ 1 ਵਜੇ। ਰਾਤ ਦੇ 1 ਵਜੇ ਨਾਲ ਫਿਰ ਅੱਗੇ ਲਾ ਕੇ ਮੋਰਚੇ ਬਣਾ ਕੇ ਬੀੜ ਕੇ ਮਸ਼ੀਨ ਕਰਨਾ ਇਹ ਤਿਆਰੀ ਕਰਨੇ। ਮੁਰੇ ਜਨਰਲ ਰਜੀਤ ਦਿਆਲ ਜਿਹੜਾ ਉਹਨੇ ਸਾਨੂੰ ਪਹੁੰਚਾਇਆ ਰਾਤ, ਆਉਂਦਾ ਵੀ ਹੁਣ ਬੰਦਾ ਕੋਈ ਨਹੀਂ ਮਾਰਨਾ, ਇਹਨਾਂ ਨੂੰ ਲੈ ਜਾਓ ਕੱਢ ਕੇ। ਉਹਨੇ ਫਿਰ 1 ਵਜੇ ਰਾਤ ਦੇ ਸਾਨੂੰ ਕਢਾਇਆ ਤੇ ਬੱਸਾਂ ਦੇ ਨਾਲ ਜਦੋਂ ਅਸੀਂ ਆਏ ਹਾਂ। ਜਨਰਲ RS ਦਿਆਲ ਸੀਗਾ ਇੱਕ, ਤੁਹਾਨੂੰ ਪਹਿਚਾਣ ਸੀ ਉਹਦੀ? ਹਾਂ, ਪਛਾਣ ਆ, ਸਿੱਖ ਹੀ ਉਹ। ਹਾਂਜੀ, ਉਹ ਉਹਨੇ ਬਜਾਇਆ, ਉਹਨੇ ਆਖਿਆ ਬੰਦਾ ਨਹੀਂ ਕੋਈ ਮਾਰਨਾ, ਇਹਨਾਂ ਲੈ ਜਾਓ ਕੱਢ ਕੇ। 80 ਬੰਦੇ ਆ ਜਿਹੜੇ ਅਸੀਂ ਬੱਸ ਦੇ ਵਿੱਚ ਆਏ ਆ, ਤੇ 12 ਟੈਂਕ ਸੀ ਜਿਹੜੇ ਆਉਣ ਡਿਆ ਸੀ ਵਾਪਸ, ਜਿਹੜੇ ਨਾਲ ਆਏ ਇੱਧਰ ਨੂੰ ਛਾਉਣੀ ਨੂੰ। ਤੇ ਇੱਥੇ ਲਿਆ ਕੇ ਮੁੜ ਕੇ ਛਾਉਣੀ 'ਚ ਸਰੂਪ ਰਾਣੀ ਕਾਲਜ 'ਚ ਇੱਥੇ ਫਿਰ ਬੜਾ ਬੁਰਾ ਹਾਲ ਕੀਤਾ। ਪਾਣੀ ਪੂਣੀ ਨਹੀਂ ਮਿਲਦਾ, ਬਹੁਤ ਜ਼ਿਆਦਾ ਤੰਗੀ ਦਿੱਤੀ ਇੱਥੇ। ਇੱਥੇ ਰਹੇ ਅਸੀਂ ਮਹੀਨਾ ਕੁ ਰਹੇ। 17 ਦਿਨ ਸਾਡੇ ਤੇ ਇਕੱਲੇ ਕਸ਼ਹਿਰੇ ਸੀ, ਲੀੜੇ ਸਾਡੇ ਦਰਬਾਰ ਸਾਹਿਬ ਰਹਿ ਗਏ ਸਾਰਿਆਂ ਦੇ, ਇੱਕੋ ਕਸ਼ਹਿਰੇ ਨਾਲ ਹੀ ਰਹੇ ਅਸੀਂ। ਤੇ ਸਿਹਦੀਆਂ ਜੜਾਵਾਂ ਵੱਜ ਗਈਆਂ ਸੀ, ਬੁਰਾ ਹਾਲ। ਮਤਲਬ ਇਹ ਕੋਈ ਰੋਟੀ ਪਾਣੀ ਖਾਣ ਦਾ ਉਦੋਂ ਕੀ ਰਵੱਈਆ ਸੀ? ਖਾਣ ਦਾ ਇਹ ਸਾਰੀਆਂ 3ਜੀ ਮੰਜ਼ਿਲ ਦੇ ਉੱਤੇ ਹਾਂ। ਸਾਡੀ ਵਾਰੀ ਆਉਂਦੀ ਸੀ, ਦੁਪਹਿਰਾਂ ਦੀ ਰੋਟੀ 4 ਵਜੇ ਆਉਂਦੀ ਸੀ, ਅਤੇ ਜਿਹੜੀ ਰਾਤ ਦੀ 12 ਵਜੇ ਆਉਂਦੀ ਸੀ। ਢਿੰਜਣ ਦੀ ਦਾਲ ਤੇ ਕੁੜੀ ਸਬੂਤੀਆਂ, ਤੋਰੀਆਂ, ਭਿੰਡੀਆਂ ਜੀਆਂ, ਤੇ ਇਹਦੇ ਨੇ ਚੌਲ ਦੇ 2 ਰੋਟੀਆਂ। ਬੁਰਾ ਹਾਲ ਹੋ ਗਿਆ ਸੀ ਕਿ ਬਹੁਤ ਜ਼ਿਆਦਾ। ਹਾਂਜੀ, ਇਹ ਕਿੰਨੇ ਦਿਨ ਕੱਟੇ ਉੱਥੇ ਇਸ ਤਰ੍ਹਾਂ ਦੇ? ਇਸ ਤਰ੍ਹਾਂ ਦੇ ਤੇ ਇਸ ਤਰ੍ਹਾਂ ਕੱਢੇ। ਫਿਰ ਬਾਹਰ ਨਾਲ ਲੀੜੇ ਜਿਹੜੇ ਸੀ ਕੇ ਦਿੱਤੇ ਉਹਦੇ ਸਾਨੂੰ ਮਾੜੇ ਮੋਟੇ ਝੱਗੇ ਜਿਹੇ ਦਰਜੀ ਢਾਹ ਕੇ ਅੰਦਰ ਹੀ। ਹਾਂਜੀ, ਤੇ ਇਹ ਜਿਹੜੇ 2 ਸਿੰਘ ਆ ਇਹਨਾਂ ਨੂੰ ਫਿਰ ਮੇਰੇ ਨੂੰ ਅੱਡ ਕਰ ਲਿਆ। ਇਹ ਉਹ ਬੰਦਾ ਕੋਈ CID ਵਾਲਾ ਫੌਜ ਦਾ, ਉਹ ਘੜੀ ਮੁੜੀ ਫੋਟੋਆਂ ਲੈ ਕੇ ਆਉਂਦਾ ਵੀ ਤੁਸੀਂ ਭਿੰਡਰਾਂ ਵਾਲੇ ਦੇ ਨਾਲ ਰਹੇ ਹੋ। ਤੇ ਉਹ ਲੱਗਦਾ ਸੀ ਕਿ ਇੱਥੋਂ ਬੰਦਾ ਪਿੰਡੋਂ ਹੀ ਸ਼ਾਇਦ ਕੋਈ ਉਹਨੇ ਦਿੱਤੀ CID ਕੋਈ।
ਉਹਦੇ ਕਰਕੇ ਫਿਰ ਇਹਨਾਂ ਨੂੰ ਇਹ ਫਿਰ ਜੋਧਪੁਰ ਚਲ ਗਏ। ਇਹ 5 ਸਾਲ ਜੋਧਪੁਰ ਕਟਾਇਆ ਤੇ ਮੇਰੀ ਫਿਰ ਖਲਾਸੀ ਇੱਥੋਂ ਹੋ ਗਈ ਅੰਮ੍ਰਿਤਸਰ ਜੇਲ੍ਹ ਚੋਂ ਹੀ। ਇੱਥੇ ਤੁਹਾਨੂੰ ਉੱਥੋਂ ਜੇਲ੍ਹ 'ਚ ਭੇਜਤਾ? ਕਿੰਨਾ ਚਿਰ ਇੱਥੇ ਅੰਮ੍ਰਿਤਸਰ ਜੇਲ੍ਹ 'ਚ ਰਹੇ? ਜੇਲ੍ਹ ਦੇ ਮੈਂ 4-5 ਦੇ ਰਿਹਾ ਤੇ 20-25 ਦਿਨ ਉੱਥੇ ਰਿਹਾ। ਉੱਥੇ ਤਸ਼ੱਦਦ ਵੀ ਹੋਇਆ ਤੁਹਾਡੇ ਤੇ? ਪੁੱਛ-ਗਿੱਛ ਡਾਂਗ ਕਰਦੇ, ਅੱਖਾਂ ਬੰਨ ਲਈ ਤੇ ਪੁੱਛ ਲੈਂਦੇ ਕਿੰਨੀ ਵਾਰ ਪਾਕਿਸਤਾਨ ਗਏ, ਕਿੰਨੇ ਹਥਿਆਰ ਲੈ ਕੇ ਦਿੱਤੇ ਪਿੰਡਰਾਲੇ ਨੂੰ। ਅੱਛਾ। ਕਿਹੜੀਆਂ ਬਾਹਾਂ ਸੀ ਉਹਨਾਂ ਦੇ, ਇੰਨੀ ਦੁਨੀਆ ਨੇ ਮਾਰਤੀ, ਕਹਾਂ ਭਾਗ ਗਿਆ ਉਹ, ਫਿਰ ਵੀ ਭੱਜ ਗਿਆ, ਫਿਰ ਹੀ ਇੰਨੀ ਫੌਜ ਮਾਰ ਕੇ ਵੀ। ਅੱਛਾ ਇਹ ਗੱਲਾਂ ਪੁੱਛਦੇ ਬਹੁਤੀਆਂ। ਅੱਛਾ ਕੀ ਲੈਣ ਆਏ ਹੋ ਤੁਸੀਂ? ਅੱਛਾ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਅਸੀਂ ਉੱਥੇ ਬੈਠੇ ਸਾਂ, ਭਈ ਕਿਤੇ ਮੌਕਾ ਨਹੀਂ ਮਿਲਿਆ ਵੀ ਕਿਤੇ ਕੋਈ ਰਫਲ ਫੜ ਕੇ ਕੋਈ ਗੋਲੀ ਚਲਾਉਣ ਦਾ? ਨਹੀਂ, ਸਾਨੂੰ ਜਾਚ ਨਹੀਂ ਜੀ, ਮੈਂ ਝੂਠ ਮਾਰੀ ਸਾਨੂੰ ਕਦੋਂ ਇਹ ਗੱਲ ਦਾ। ਹਥਿਆਰ ਚਲਾਉਣਾ ਆਉਂਦਾ ਹੀ ਨਹੀਂ ਸੀ? ਆਉਂਦਾ ਨਹੀਂ, ਅਸੀਂ ਤਾਂ ਸੰਤਾਂ ਦੇ ਪ੍ਰਚਾਰ ਸੁਣਿਆ ਸੀ 3 ਵਾਰੀ ਜਿਉਂ ਇਹ ਜਾਣ ਤੋਂ ਪਹਿਲਾਂ। ਉਹਦੇ ਕਰਕੇ ਇੰਨਾ ਵਿਆਹ ਦਾ ਚਾਅ ਨਹੀਂ ਹੁੰਦਾ ਜਿੰਨਾ ਉੱਥੇ ਹੁੰਦਾ ਵੀ ਬਦੋ ਬਦੀ ਭਰਾ ਸਾਡਾ ਫੌਜ 'ਚ ਇੱਥੇ ਰਾਜਸਥਾਨ ਸੀ, ਉਹਨੇ ਸਾਨੂੰ ਬਦੋ ਬਦੀ ਦੋਵਾਂ ਭਰਾਵਾਂ ਨੂੰ ਮੋੜਿਆ ਵੀ ਮੁੜ ਜਾਓ, ਉੱਥੇ ਫੌਜ ਬੜੀ ਜੇ ਤੁਹਾਨੂੰ ਕਹਿ ਪੜ ਨਹੀਂ ਦੇਣਾ ਕਿਸੇ ਨੇ। ਉਹ ਤੋਂ ਝਕਾਨੀ ਦੇਗਾ, ਅਸੀਂ ਫਿਰ ਜਾਲੇ ਚੋਰੀ ਜਾ ਕੇ ਟਰਾਲੀਆਂ ਚੜ੍ਹ ਗਏ। ਵਿਆਹ ਨੂੰ ਹੋ ਜਾਇਆ ਚਾਹ ਹੁੰਦਾ ਹਰ ਇੱਕ ਸਿੰਘ ਨੂੰ ਵੀ, ਜਿਹੜਾ ਸੰਤਾਂ ਦਾ ਪ੍ਰਚਾਰ ਸੁਣਦਾ ਦਾ, ਸੰਤ ਮਹਾਂਪੁਰਸ਼ਾਂ ਦਾ ਉਹ ਰਹਿ ਨਹੀਂ ਸਕਦਾ ਕਦੀ। ਇਹ ਬਿਲਕੁਲ ਸਹੀ ਗੱਲ ਹੈ ਤੁਹਾਡੀ। ਬਹੁਤ ਜ਼ਿਆਦਾ ਕਿਰਪਾ ਹੈ ਮਹਾਰਾਜ। ਬੜੀ ਮਿਕਨਾਤੀਸੀ ਸ਼ਖਸੀਅਤ ਦੇ ਮਾਲਕ ਸੀਗੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ। ਬੇੜਾ ਕਰ ਗਿਆ। ਉੱਥੇ ਹਰਮਿੰਦਰ ਗਿੱਲ ਸਾਡੇ ਨਾਲ ਹੀ, ਇਹ ਕਈ ਦਿਨ ਸਾਡੇ ਨਾਲ ਰਿਹਾ, ਉੱਥੇ ਇਕੱਠੇ ਹੀ ਰਹੇ ਅਸੀਂ। ਹਰਮਿੰਦਰ ਗਿੱਲ ਜਿਹੜਾ ਬਣਿਆ MLA ਬਣਿਆ ਸਾਰੇ। ਹਰਮਿੰਦਰ ਗਿੱਲ ਆ ਜਿਹੜਾ ਹੁਣ ਬਣਿਆ ਕਾਂਗਰਸ ਵੱਲੋਂ MLA? ਕਾਂਗਰਸ ਨੂੰ MLA ਬਣਿਆ, ਹਾਂਜੀ। ਉਹ ਕਾਂਗਰਸ ਦੇ ਕਾਰਜਕਾਲ ਦੇ ਵਿੱਚ ਹੀ ਸਾਰਾ ਹਮਲਾ ਹੋਇਆ ਤੇ ਇਹ ਅੱਜ ਕਾਂਗਰਸ ਦਾ ਹਿੱਸਾ ਬਣ ਗਏ ਨੇ। ਇਹਦੇ ਘਰ ਗਏ ਪਿੱਛੇ ਤੇ ਹੁਣ ਪਛਾਣਦਾ ਨਹੀਂ, ਅਸੀਂ ਚਲੋ ਇਕੱਠੇ ਰਹੇ ਉੱਥੇ ਤੇ ਮੈਂ ਇਹ ਆ ਜਗਤਾਰ ਸਿੰਘ ਵੀ ਨਾਲ ਹੀ ਇਕੱਠੇ ਰਹੇ ਇੱਕੋ ਕਮਰੇ 'ਚ। ਹਾਂਜੀ। ਉਦੋਂ ਤੇ ਇਹ ਵੀ ਖਾੜਕੂ ਹੀ ਸੀਗਾ। ਖਾੜਕੂ ਸੀ ਕਿ ਇਹ ਗਏ ਵੀ ਸਾਡੀ ਟਰਾਲੀ ਤੇ ਮੈਨੂੰ ਯਾਦ ਹੈ ਮਨਜੀਤ ਸਿੰਘ ਤੇ ਜਦੋਂ ਅਸੀਂ ਚੜ੍ਹੇ ਆ ਇੱਥੋਂ ਕਚਹਿਰੀਆਂ ਖੜੀ ਟਰਾਲੀ 2 ਬੰਦੇ ਮੈਨੂੰ ਇਹਨਾਂ ਦੀ ਪਛਾਣ ਉਹਦੀ ਵੀ ਇਹੋ ਚੜ੍ਹੇ ਸੀ ਸਾਡੇ ਨਾਲ ਚੜ੍ਹ ਕੇ ਗਏ ਆ 2 ਤਰੀਕ ਨੂੰ ਉਸੇ ਟਰਾਲੀ ਜੀ ਕਣਕ ਵਾਲੀ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਹਰਬੰਸ ਸਿੰਘ ਜੀ। ਤੁਸੀਂ ਤੇ ਉਹ ਖੂਨੀ ਸਾਕਾ ਆਪਣੇ ਅੱਖੀਂ ਵੇਖਿਆ, ਹੱਡੀ ਹੰਡਾਇਆ ਵਾ, ਤੇ ਇੱਕ ਭਰਾ ਵੀ ਤੁਹਾਡਾ ਸ਼ਹੀਦ ਹੋਇਆ। ਸਲੂਟ ਹੈ ਤੁਹਾਡੇ ਪਰਿਵਾਰ ਨੂੰ। ਪਰ ਚਲੋ ਸਤਿਗੁਰੂ ਨੇ ਅਜੇ ਸਾਹਾਂ ਦੀ ਗਿਣਤੀ ਬਚਾ ਕੇ ਰੱਖੀ ਸੀ। ਕੁਝ ਜ਼ਿੰਮੇਵਾਰੀਆਂ ਤੁਸੀਂ ਪਰਿਵਾਰ ਦੇ ਪ੍ਰਤੀ ਵੀ ਨਿਭਾਉਣੀਆਂ ਸੀ ਤੇ ਚਲੋ ਬਚ ਗਏ ਹੋ, ਨਹੀਂ ਤੇ ਉੱਥੇ ਤੁਹਾਡੇ ਸਾਹਮਣੇ, ਤੁਹਾਡੀਆਂ ਅੱਖਾਂ ਦੇ ਸਾਹਮਣੇ ਇੱਕ ਤਰ੍ਹਾਂ ਤੁਸੀਂ ਦੱਸਿਆ ਵੀ ਉੱਥੇ ਹਜ਼ਾਰਾਂ ਦੀ ਕੀਤੀ ਹੈ, ਇੱਕ ਦੀ ਹਜ਼ਾਰਾਂ ਦੁਨੀਆ ਸ਼ਹੀਦ ਕੀਤੀ ਹੈ, ਕੋ ਕੇ ਮਾਰਿਆ ਲੋਕਾਂ ਨੂੰ। ਹਾਂਜੀ, ਬਹੁਤ ਜ਼ਿਆਦਾ ਤਸ਼ੱਦਦ ਹੋਇਆ। ਇਹ ਗੱਲ ਬੜੀ ਵਾਰੀ ਸੁਣੀ ਆ ਵੀ ਸੰਗਤ ਇਕੱਠੀ ਕਰਕੇ ਮੁੜ ਕੇ ਗ੍ਰਨੇਡ ਸੁੱਟੇ ਫੌਜ ਨੇ, ਤੇ ਇਹ ਤੇ ਉਹ ਮੰਜ਼ਰ ਫਿਰ ਤੁਸੀਂ ਆਪਣੇ ਅੱਖੀਂ ਵੇਖਿਆ? ਅੱਖੀਂ, ਮਤਲਬ ਤੁਸੀਂ ਉਦੋਂ ਉੱਥੇ ਹੋ ਕੇ ਵਿੱਚ ਹੋ? ਵਿੱਚ ਹਾਂਗੇ, ਸਾਡੇ ਉੱਥੇ ਜਿਹੜੇ ਲੱਤਾਂ ਲਹੂ ਨਾਲ ਲੱਭੜੀਆਂ ਸਾਡੀਆਂ ਜਿਹੜੀਆਂ ਉੱਤੇ ਜਿਹਨਾਂ ਨੂੰ ਗੋਲੀਆਂ ਵੱਜੀਆਂ ਵਿਚਾਰਿਆਂ ਨੂੰ। ਜੇ ਉਹ ਥੜੇ ਤੋਂ ਲੰਘ ਕੇ ਗਾਂ ਗੋਲੀ ਆਈ ਥੱਲੇ, ਮੈਂ ਤਾਂ ਦੂਜਾ ਉੱਤੇ ਮੇਰੇ ਪਿਆ ਇਸ ਤਰ੍ਹਾਂ ਜਿਹਨੂੰ ਵੱਜਦੀ ਗਈ ਵਿਚਾਰੇ ਨੂੰ, ਤੇ ਲਹੂ ਜਿਹੜਾ ਲੱਤਾਂ ਭਰੀਆਂ ਸਾਡੀਆਂ। ਚਲੋ ਬਹੁਤ ਬਹੁਤ ਮਿਹਰਬਾਨੀ ਹੈ ਜੀ ਤੁਹਾਡੀ, ਕਿਉਂਕਿ ਅੱਜ ਜੂਨ 1984 ਦੇ ਸਾਕੇ ਦਾ ਵੀ ਉਹ ਖੂਨੀ ਮੰਜ਼ਰ ਜਿਹੜਾ ਇੱਕ ਵਾਰੀ ਫੇਰ ਅੱਖਾਂ ਅੱਗੇ ਘੁੰਮ ਗਿਆ ਹੋਵੇਗਾ ਆਪ ਸਭ ਦੇ ਵੀ। ਤੇ ਵਾਕਿਆ ਹੀ ਬਸ ਉਹੀ ਇੱਕ ਦੌਰ ਸੀਗਾ। ਫਿਰ ਵੀ ਉੱਥੋਂ ਆ ਕੇ ਅੱਖੀਂ ਵੇਖ ਕੇ ਵੀ ਤੁਸੀਂ ਬਿਲਕੁਲ ਮੁੜ ਕੇ ਸ਼ਾਂਤਮਈ ਜ਼ਿੰਦਗੀ ਜੀ ਆ। ਪਰ ਕਿਤੇ ਨਾ ਕਿਤੇ ਫਿਰ ਇਹਦਾ ਮਤਲਬ ਫਿਰ ਵਿਚਰੇ ਵੀ ਉਹ ਖਾੜਕੂਆਂ ਸਿੰਘਾਂ ਨਾਲ ਵੀ। ਪਰ ਚਲੋ ਕੋਈ ਨਹੀਂ, ਕੁਛ ਗੱਲਾਂ ਕੈਮਰੇ 'ਤੇ ਨਹੀਂ ਵੀ ਕਰਨ ਵਾਲੀਆਂ ਹੁੰਦੀਆਂ ਨੇ, ਬਿਲਕੁਲ ਠੀਕ ਆ, ਕਿਉਂਕਿ ਉਹ ਗੁੱਸਾ ਔਰ ਉਹ ਹੁੰਦਾ ਹੀ ਆ। ਅਤੇ ਚਲੋ ਸਤਿਗੁਰੂ ਨੇ ਕਿਰਪਾ ਕੀਤੀ ਆ, ਤੁਸੀਂ ਆਪਣੇ ਪਰਿਵਾਰ ਦੇ ਪ੍ਰਤੀ ਬਣਦੇ ਫਰਜ਼ ਨਿਭਾਓ। ਸਾਡੀ ਜਿੱਥੇ ਲੋੜ ਆ ਅਸੀਂ ਤੁਹਾਡੇ ਨਾਲ ਆ। ਬਹੁਤ ਮਿਹਰਬਾਨੀ ਜੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਹੁਣ ਤੁਹਾਡੇ ਕੋਲ ਇਜਾਜ਼ਤ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਰਾਹੀਂ ਸੰਗਤ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਅੱਜ ਅਸੀਂ ਭਾਈ ਹਰਬੰਸ ਸਿੰਘ ਜੀ ਦੇ ਸਪੁਰਦ 15,000 ਦੀ ਇੱਕ ਛੋਟੀ ਜਿਹੀ ਭੇਟਾ ਇਹਨਾਂ ਨੂੰ ਦੇ ਕੇ ਚੱਲੇ ਹਾਂ। ਅਤੇ ਬਾਕੀ ਪਰਿਵਾਰ ਦੀ ਮੁਸ਼ਕਿਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਕਿ ਜ਼ਮੀਨ ਗਹਿਣੇ ਪਈ ਹੋਈ ਆ। ਅਤੇ ਇਹਨਾਂ ਦਾ ਫ਼ੋਨ ਨੰਬਰ ਹੈ ਜੀ 62 393 54 909। ਇਸ ਨੰਬਰ ਦੇ ਉੱਤੇ ਜ਼ਰੂਰ ਸੰਪਰਕ ਕਰਿਓ ਇਸ ਪਰਿਵਾਰ ਦੇ ਨਾਲ, ਕਿਉਂਕਿ ਜਿੱਥੇ ਇਹਨਾਂ ਦਾ ਇੱਕ ਨੌਜਵਾਨ ਭਰਾ ਸ਼ਹੀਦ ਹੋਇਆ ਅਤੇ ਉੱਥੇ 1984 ਦੇ ਦਰਬਾਰ ਸਾਹਿਬ ਦੇ ਹਮਲੇ ਦਾ ਖੂਨੀ ਮੰਜ਼ਰ ਇਹਨਾਂ ਨੇ ਆਪਣੇ ਅੱਖੀਂ ਵੇਖਿਆ ਅਤੇ ਆਪਣੇ ਹੱਡੀ ਹੰਡਾਇਆ। ਅਤੇ ਜ਼ਰੂਰ ਸਾਧ ਸੰਗਤ ਜੀ ਕਿਰਪਾ ਕਰਿਓ। ਬਹੁਤ ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।